ਟਾਈਟੈਨਿਕ ਡੁੱਬਿਆ ਸੀ, ਉੱਥੇ ਜਿਹੜੇ ਲੋਕਾਂ ਦੀ ਮੌਤ ਹੋਈ ਸੀ ਉਹਨਾਂ ਨੂੰ ਹੈਲੀਫੈਕਸ ਲਿਆ ਕੇ ਉਹਨਾਂ ਦੀਆਂ ਬੋਡੀਜ਼ ਨੂੰ ਦਫਨਾਇਆ ਗਿਆ ਸੀ। ਤੋਂ ਪਣਡੁੱਬੀ ਜਿਹਦੇ ਬਾਰੇ ਪਤਾ ਵੀ ਆ ਵੀ ਉਹ ਇੱਥੋਂ ਚੱਲੀ ਆ ਤੇ ਉਸ ਜਗ੍ਹਾ ਤੇ ਉਹਨੇ ਜਾਣਾ, ਉਹਦੇ ਬਾਰੇ ਨਹੀਂ ਪਤਾ ਲੱਗਿਆ ਵੀ ਉਹ ਕਿੱਧਰ ਚਲੇਗੀ। ਤੇ ਤੁਸੀਂ ਇਹ ਦੇਖੋ ਵੀ ਏਡੇ ਪਾਣੀਆਂ ਚੋਂ ਅੱਜ ਤੋਂ 1 ਸਦੀ ਪਹਿਲਾਂ ਕਿੱਥੇ ਜਾ ਕੇ ਉਹ ਬੰਦੇ ਲੱਭੇ ਹੋਣਗੇ। ਅੱਜ ਵੀ ਉਸ ਛੋਟੇ ਬੱਚੇ ਦੀ ਉਸ ਬੋਡੀ ਦੀ ਯਾਦ ਦੇ ਵਿੱਚ ਆ ਛੋਟੇ ਛੋਟੇ ਖਿਡੌਣੇ, ਉਹ ਟੋਏ ਜਿਹੜੇ ਉਹ ਇੱਥੇ ਰੱਖੇ ਗਏ ਆ। ਇੱਕੋ ਦਿਨ 15 ਅਪ੍ਰੈਲ 15 ਅਪ੍ਰੈਲ 15 ਅਪ੍ਰੈਲ ਤਰੀਕ ਸਾਰਿਆਂ ਦੇ ਉੱਪਰ ਸੇਮ ਹੈ ਤੇ ਜਿਹੜਾ ਉਹਦੇ ਥੱਲੇ ਨੰਬਰ ਲਿਖਿਆ ਸਾਨੂੰ ਇਹ ਦੱਸਿਆ ਗਿਆ ਕਿ ਬੋਡੀ ਨੰਬਰ ਸੀਗਾ। ਸੰਧਾਲੀਆ ਸਾਹਿਬ ਇਸੇ ਕਰਕੇ ਕਹਿੰਦੇ ਆ ਜੀ ਟਾਵਰਾਂ ਚੋਂ ਟਾਵਰ ਹੈਲੀਫੈਕਸ ਦਾ ਡਿੰਗਲ ਟਾਵਰ। ਆਹਾ ਤਾਂ ਮੋਸਟਲੀ ਉਹ ਕਹਿੰਦੇ ਵੀ ਨੇ ਆਪਾਂ ਬਾਹਰੋਂ ਦੇਖ ਕੇ ਚਲੇ ਜਾਣਾ, ਫਿਰ ਹੋ ਗਈਆਂ ਟੀਚਰਾਂ ਜੀ ਇਹ ਤੇ ਕੌਣ ਚੜੂ। ਮੈਂ ਕਿਹਾ ਦਾਸ ਚੜੇਗਾ। ਸੰਧਾਲੀਆ ਸਾਹਿਬ ਦੇਖੋ ਪੁਰਾਣੀਆਂ ਇਮਾਰਤਾਂ ਲੱਗਦੀਆਂ ਛੋਟੀਆਂ ਜਿਹੜੀਆਂ ਬਹੁਤ ਚਿਰਾਂ ਦੀਆਂ ਬਣੀਆਂ, ਕਿਸੇ ਵੇਲੇ ਇਹਨਾਂ ਦੀ ਪੂਰੀ ਟੌਰ ਹੋਣੀ ਆ ਜਿੱਦਾਂ ਤੁਹਾਡੀ ਜਵਾਨੀ 'ਚ ਹੁੰਦੀ ਸੀ। ਹੈਲੀਫੈਕਸ ਦੇ ਵਿੱਚ ਤੁਹਾਨੂੰ ਜਵਾਨ ਪੰਜਾਬੀ ਮਿਲਣਗੇ। 40,000 ਤੱਕ ਕਹਿੰਦੇ ਆ ਕਿ ਹੈਲੀਫੈਕਸ ਤੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਪੰਜਾਬੀ ਭਾਈਚਾਰਾ ਹੈਗਾ। ਨਹੀਂ ਤਰਨਾ ਆਉਣ ਲਈ ਆਪਾਂ ਨੂੰ ਦੇਹ ਹਿਲਾਉਣੀ ਪਊਗੀ, ਦੇਹ ਨੂੰ ਕਸ਼ਟ ਦੇਣਾ ਪਊਗਾ। ਦਾਸ ਨੂੰ ਆਉਂਦਾ ਤਰਨਾ, ਮੈਂ ਤੁਹਾਡੀ ਗੱਲ ਕਰਦਾ। ਆ ਲਾਓ ਫਿਰ ਉਹ ਮੇਰਾ ਭਰਾ। ਨਹੀਂ ਅੱਛਾ ਸਤਿ ਸ਼੍ਰੀ ਅਕਾਲ ਜੀ। ਹੋ ਸਕਦਾ ਕਿ ਇਸ ਜਹਾਜ਼ ਨੂੰ ਦੇਖ ਕੇ ਤੁਹਾਨੂੰ ਕੁਝ ਚੇਤਾ ਆਇਆ ਹੋਵੇ। ਬਹੁਤ ਸਾਰੇ ਲੋਕਾਂ ਨੇ ਦੁਨੀਆ ਭਰ ਦੇ ਵਿੱਚ, ਚਾਹੇ ਉਹ ਕਿਸੇ ਵੀ ਭਾਸ਼ਾ ਨੂੰ ਬੋਲਣ ਵਾਲੇ ਆ, ਉਹਨਾਂ ਨੇ ਇੱਕ ਟਾਈਟੈਨਿਕ ਫਿਲਮ ਦੇਖੀ ਹੋਣੀ ਹੈ। ਜੇ ਤੁਹਾਨੂੰ ਉਸ ਜਹਾਜ਼ ਦਾ ਚੇਤਾ ਆਇਆ ਤੇ ਅਸੀਂ ਉਸ ਇਤਿਹਾਸ ਦੇ ਨਾਲ ਸੰਬੰਧਿਤ ਇੱਕ ਥਾਂ ਦੇ ਉੱਤੇ ਆਏ ਆ, ਟਾਈਟੈਨਿਕ ਗ੍ਰੇਵ ਸਾਈਟ, ਜਾਣੀ ਕਿ ਹੈਲੀਫੈਕਸ ਜਿਹੜਾ ਕਿ ਨੋਵਾ ਸਕੋਸ਼ੀਆ ਸੂਬੇ ਦਾ ਕੈਨੇਡਾ ਦੇਸ਼ ਦਾ ਇੱਕ ਸ਼ਹਿਰ ਹੈ। ਉਸ ਸ਼ਹਿਰ ਦੇ ਵਿੱਚ ਇਸ ਸਿਮਟਰੀ ਦੇ ਵਿੱਚ ਕੁਝ ਇੱਕ ਲੋਕਾਂ ਨੂੰ ਟਾਈਟੈਨਿਕ ਜਹਾਜ਼ ਦੇ ਵਿੱਚ ਡੁੱਬ ਕੇ ਜਿਹੜੇ ਮਾਰੇ ਗਏ ਸੀ ਉਹਨਾਂ ਨੂੰ ਦਫਨਾਇਆ ਗਿਆ ਸੀ। ਉਹਨਾਂ ਦੀ ਯਾਦ ਦੇ ਵਿੱਚ ਇੱਥੇ ਉਹਨਾਂ ਦੇ ਨਾਮ ਜਿਹੜੇ ਉਹ ਲਿਖੇ ਹੋਏ ਆ। ਹੋ ਸਕਦਾ ਕਿ ਤੁਹਾਨੂੰ ਲੱਗੇ ਕਿ ਇਸ ਜਗ੍ਹਾ ਤੋਂ ਸ਼ੁਰੂਆਤ ਕਿਉਂ ਕੀਤੀ ਗਈ ਹੈ, ਇਸ ਜਗ੍ਹਾ ਦੇ ਉੱਤੇ ਕਿਉਂ ਆਇਆ, ਕਿਉਂਕਿ ਪਿਛਲੇ ਦਿਨੀ ਸੰਧਾਲੀਆ ਸਾਹਿਬ ਇੱਕ ਪਣਡੁੱਬੀ ਜਿਹੜੀ ਹੈ ਉਹ ਟਾਈਟੈਨਿਕ ਜਹਾਜ਼ ਦੇ ਨੇੜੇ ਜਾ ਕੇ ਡੁੱਬ ਗਈ ਸੀ। ਕੁਝ ਇੱਕ ਲੋਕ ਉਹਦੇ ਵਿੱਚ ਮਾਰੇ ਗਏ ਸੀ। ਉਹ ਸਾਰੀਆਂ ਯਾਦਾਂ, ਉਹ ਸਾਰੇ ਦ੍ਰਿਸ਼, ਉਹ ਸਾਰੀਆਂ ਘਟਨਾਵਾਂ 1912 ਦੇ ਵਿੱਚ ਜਿਹੜਾ ਹੋਇਆ ਸੀ 15 ਅਪ੍ਰੈਲ ਦੇ ਨੇੜੇ ਉਹ ਯਾਦ ਆ ਗਈ। 1912 ਨੂੰ ਜਿਹੜਾ ਟਾਈਟੈਨਿਕ ਜਹਾਜ਼ ਜਿਹੜਾ ਡੁੱਬਿਆ ਸੀ, ਜਿਹਦੇ 'ਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ, ਐਂਡ ਉਹਨੂੰ ਬਚਾਉਣ ਦੇ ਲਈ ਜਾਂ ਉੱਥੇ ਜਦੋਂ ਹਾਦਸਾ ਹੁੰਦਾ ਤੇ ਕਿਉਂਕਿ ਵੱਖ-ਵੱਖ ਥਾਵਾਂ ਤੋਂ ਲੋਕ ਜਾਂਦੇ ਨੇ, ਇੱਥੋਂ ਵੀ ਲੋਕ ਗਏ ਸੀਗੇ, ਪਰ ਉਹਨਾਂ ਨੂੰ ਉਦੋਂ ਨਹੀਂ ਸੀ ਪਤਾ ਕਿ ਉਸ ਜਹਾਜ਼ 'ਚ ਕਿੰਨੇ ਲੋਕ ਹੋਣਗੇ, ਉੱਥੇ ਜਾ ਕੇ ਕੀ ਹੋਊਗਾ। ਇਹ ਸੇਮ ਉੱਦਾਂ ਹੀ ਆ, ਕਿਉਂਕਿ ਜਦੋਂ ਅਸੀਂ ਇਹ ਸਾਰਾ ਟਰੈਵਲ ਕਰਦੇ ਪਏ ਹਾਂ, ਜਿੱਦਾਂ ਬਾਟ ਸਾਹਿਬ ਨੇ ਦੱਸਿਆ ਕਿ ਉਹ ਪਣਡੁੱਬੀ ਦੇ ਰਸਤੇ ਉਸੇ ਟਾਈਟੈਨਿਕ ਜਹਾਜ਼ ਨੂੰ, ਜਿੱਥੇ ਉਹ ਡੁੱਬਿਆ ਅਜੇ ਵੀ ਸਮੁੰਦਰ ਦੇ ਵਿੱਚ, ਉਹਨੂੰ ਦੇਖਣ ਗਏ ਲੋਕਾਂ ਦਾ ਕਰਕੇ ਹੀ ਉਹ ਸਾਡੇ ਦਿਮਾਗ 'ਚ ਆਇਆ ਵੀ ਅੱਛਾ ਟਾਈਟੈਨਿਕ ਜਹਾਜ਼। ਫਿਰ ਗੱਲ ਚੱਲੀ ਤੇ ਉਹ ਕਹਿੰਦੇ ਜਿਹੜਾ ਟਾਈਟੈਨਿਕ ਡੁੱਬਿਆ ਸੀ ਉੱਥੇ ਜਿਹੜੇ ਲੋਕਾਂ ਦੀ ਮੌਤ ਹੋਈ ਸੀ ਉਹਨਾਂ ਨੂੰ ਹੈਲੀਫੈਕਸ ਲਿਆ ਕੇ ਉਹਨਾਂ ਦੀਆਂ ਬੋਡੀਜ਼ ਨੂੰ ਦਫਨਾਇਆ ਗਿਆ ਸੀ। ਤੋਂ ਤਾਂ ਕਰਕੇ ਅਸੀਂ ਇਹ ਦੇਖਣ ਆ ਗਏ। ਉਹ ਪਣਡੁੱਬੀ ਵਾਲੇ ਤਾਂ ਬਚੇ ਨਹੀਂ, ਪਰ ਇਹਦੇ ਚੋਂ ਕੁਝ ਲੋਕਾਂ ਦੇ ਬਚਣ ਦੀ ਗੱਲ ਸੀਗੀ, ਪਰ ਬਹੁਤਾ ਕਰਕੇ ਜਿਹੜੀਆਂ ਬੋਡੀਜ਼ ਸੀਗੀਆਂ ਉਹ ਉੱਥੇ ਸਮੁੰਦਰ 'ਚ ਹੀ ਦਫਨ ਕੀਤੀਆਂ ਗਈਆਂ ਨੇ। ਉਹਦੇ ਪਿੱਛੇ ਕਾਰਨ ਇਹ ਸੀ ਕਿ ਜਿਹੜੇ ਲੋਕ ਗਏ ਸੀ ਉਹਨਾਂ ਦੇ ਕੋਲ ਉੱਥੋਂ ਬੋਡੀਜ਼ ਨੂੰ ਵਾਪਸ ਲੈ ਕੇ ਆਉਣ ਦਾ ਵੀ ਸਾਧਨ ਹੈ ਨਹੀਂ। ਸੰਧਾਲੀਆ ਸਾਹਿਬ ਦੇਖੋ, ਇਹ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਦੇ ਨਾਲ ਸੰਬੰਧ ਕੀ ਹੈ, ਨੋਵਾ ਸਕੋਸ਼ੀਆ ਦੇ ਨਾਲ, ਨਿਊ ਫਾਊਂਡਲੈਂਡ ਦੇ ਨਾਲ, ਜਾਂ ਕੈਨੇਡਾ ਦੇ ਇਸ ਹਿੱਸੇ ਦੇ ਨਾਲ ਜਿਹੜਾ ਸਮੁੰਦਰ ਦੇ ਨਾਲ ਲੱਗਦਾ, ਕਿਉਂਕਿ ਉਹ ਡੁੱਬਿਆ ਹੀ ਇੱਧਰਲੇ ਪਾਸੇ ਸੀ ਜਦੋਂ ਡੁੱਬਿਆ। ਕਿਉਂਕਿ 1912 ਦੀ ਗੱਲ ਤਾਂ ਇਹਦਾ ਮਤਲਬ ਹੈ ਕਿ 111 ਸਾਲ ਪੁਰਾਣੀ ਗੱਲ ਹੋ ਗਈ ਤੇ ਉਦੋਂ ਨਾ ਤਾਂ ਇੰਨਾ ਸੋਸ਼ਲ ਮੀਡੀਆ ਸੀ, ਨਾ ਇੰਨੀ ਤਕਨੀਕ ਜਿਹੜੀ ਹੈ ਉਹੀ ਵਿਕਸਿਤ ਸੀ। ਤੇ ਜਦੋਂ ਤਕਨੀਕ ਨਹੀਂ ਵਿਕਸਿਤ ਸੀ ਤੇ ਜਦੋਂ ਉਹ ਘਟਨਾ ਘਟੀ ਹੈ, ਉਹਦੇ ਤੋਂ ਬਾਅਦ ਇੱਕਦਮ USA ਤੱਕ ਵੀ ਖਬਰ ਪੁੱਜੀ। ਕੈਨੇਡਾ ਦੇ ਇਹਨਾਂ 2 ਸੂਬੇ ਨਿਊ ਫਾਊਂਡਲੈਂਡ, ਨੋਵਾ ਸਕੋਸ਼ੀਆ, ਹੈਲੀਫੈਕਸ, ਜਿੱਥੇ ਆਪਾਂ ਬੈਠੇ ਆ, ਖੜੇ ਆ, ਉੱਥੇ ਤੱਕ ਵੀ ਗੱਲ ਆਪਣੀ। ਸੋ ਜਿੰਨੀ ਕੁ ਕੁੰਮ ਉਦੋਂ ਜਾ ਸਕਦੀ ਸੀ, ਜਿੰਨੇ ਕੁ ਸਾਧਨ, ਜਿੰਨੀ ਕੁ ਤਕਨੀਕ ਸੀ, ਉਹ ਬੰਦੇ ਉਧਰਲੇ ਪਾਸੇ ਗਏ ਤਾਂ ਸਹੀ ਬਚਾਉਣ, ਪਰ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਕਿੰਨੇ ਲੋਕ ਨੇ, ਕਿੰਨਾ ਸਮਾਨ ਹੈ, ਸਾਨੂੰ ਕੀ ਚਾਹੀਦਾ। ਸੋ ਪਹੁੰਚੇ ਉੱਥੇ, ਜਿੰਨਿਆਂ ਕੁ ਨੂੰ ਲਿਆ ਸਕੇ, ਜਿੰਨਿਆਂ ਕੁ ਨੂੰ ਇੱਥੇ ਦਫਨਾ ਸਕੇ, ਉਹਨਾਂ ਕੁ ਕੰਮ ਉਹਨਾਂ ਨੇ ਕਰ ਦਿੱਤਾ। ਪਰ ਬਹੁਤੀਆਂ ਸਮੁੰਦਰ ਦੀ ਗੋਦ ਦੇ ਵਿੱਚ ਹੀ ਲਾਸ਼ਾਂ ਰਹਿ ਗਈਆਂ ਸੀ। ਬਿਲਕੁਲ ਸੀ, ਕਿਉਂਕਿ ਤੁਸੀਂ ਆਪ ਦੇਖੋ ਨਾ ਜੀ ਕਿ ਉਹ ਕਿੰਨੇ ਡੂੰਘੇ ਪਾਣੀ ਸੀਗੇ ਜਿੱਥੇ ਏਡਾ ਵੱਡਾ ਸ਼ਿਪ ਜਿਹੜਾ ਉਹ ਡੁੱਬਿਆ। ਤੇ ਜਦੋਂ ਆਪਾਂ ਅੱਜ ਦੀ ਗੱਲ ਕਰਦੇ ਹਾਂ ਤਕਨੀਕ ਦੀ, ਕਿ ਅੱਜ ਇੱਕ ਪਣਡੁੱਬੀ ਜਿਹਦੇ ਬਾਰੇ ਪਤਾ ਵੀ ਆ ਵੀ ਉਹ ਇੱਥੋਂ ਚੱਲੀ ਆ ਤੇ ਉਸ ਜਗ੍ਹਾ ਤੇ ਉਹਨੇ ਜਾਣਾ, ਉਹਦੇ ਬਾਰੇ ਨਹੀਂ ਪਤਾ ਲੱਗਿਆ ਵੀ ਉਹ ਕਿੱਧਰ ਚਲੇਗੀ। ਤੇ ਤੁਸੀਂ ਇਹ ਦੇਖੋ ਵੀ ਏਡੇ ਪਾਣੀਆਂ 'ਚੋਂ ਅੱਜ ਤੋਂ 1 ਸਦੀ ਪਹਿਲਾਂ ਕਿੱਥੇ ਜਾ ਕੇ ਉਹ ਬੰਦੇ ਲੱਭੇ ਹੋਣਗੇ। ਇੱਕ ਮੈਂ ਆ ਗ੍ਰੇਵ ਯਾਰਡਸ ਦੇ ਉੱਪਰ ਦਿਖਾਵਾਂ, ਸੰਜੋਤ ਜੀ ਥੋੜ੍ਹਾ ਜਿਹਾ ਇੱਧਰ ਦਿਖਾਇਓ ਵੀ ਇਹਨਾਂ ਸਾਰੀਆਂ ਇੱਕ ਤਾਂ ਸੰਧਾਲੀਆ ਸਾਹਿਬ ਇੱਕੋ ਦਿਨ 15 ਅਪ੍ਰੈਲ 15 ਅਪ੍ਰੈਲ 15 ਅਪ੍ਰੈਲ ਤਰੀਕ ਸਾਰਿਆਂ ਦੇ ਉੱਪਰ ਸੇਮ ਹੈ
ਤੇ ਜਿਹੜਾ ਉਹਦੇ ਥੱਲੇ ਨੰਬਰ ਲਿਖਿਆ ਸਾਨੂੰ ਇਹ ਦੱਸਿਆ ਗਿਆ ਕਿ ਬਾਡੀ ਨੰਬਰ ਸੀਗਾ, ਕਿ ਜਿੰਨੀਆਂ ਬਾਡੀ ਸੀਗੀਆਂ ਹਰੇਕ ਬਾਡੀ ਨੂੰ ਉਹਨਾਂ ਨੇ ਨੰਬਰ ਦੇ ਦਿੱਤਾ ਸੀ। ਬਾਅਦ ਦੇ ਵਿੱਚ ਜਿਵੇਂ ਜਿਵੇਂ ਪਤਾ ਲੱਗਦਾ ਕਿ ਉਹਨਾਂ ਦੀ ਪਛਾਣ, ਫਿਰ ਉਹਨਾਂ ਦੇ ਨਾਮ ਹੀ ਸਾਹਮਣੇ ਆਏ ਜੀ। ਇਹ ਮੈਨੂੰ ਸੰਧਾਲੀਆ ਸਾਹਿਬ ਇਦਾਂ ਵੀ ਲੱਗਦਾ ਕਿ ਸ਼ਾਇਦ ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁਤ ਘੱਟ ਇਦਾਂ ਦੀਆਂ ਗੱਲਾਂ ਹੋਣਗੀਆਂ ਕਿ ਇੱਕੋ ਦਿਨ ਦੇ ਇੰਨੇ ਜ਼ਿਆਦਾ ਜਿਹੜੇ ਇੱਥੇ ਨਾਮ ਜਿਹੜੇ ਉਹ ਲਿਖੇ ਗਏ ਆ। ਹੁਣ ਚਲੋ 15 ਅਪ੍ਰੈਲ 15 ਅਪ੍ਰੈਲ 15 ਅਪ੍ਰੈਲ ਤੇ ਇੱਕ ਜਿਹੜੀ ਇਹਦੇ ਬਾਬਤ ਗੱਲ ਦੱਸੀ ਗਈ ਸੀ ਸਾਨੂੰ ਕਿ ਇੱਕ ਛੋਟਾ ਜਿਹੜਾ ਬੱਚਾ ਸੀ ਉਹਦੀ ਡੈੱਡ ਬੋਡੀ ਵੀ ਲੱਭੀ ਸੀ ਤੇ ਉਹਨੂੰ ਇੱਥੇ ਲਿਆਣ ਕੇ ਜਿਹੜਾ ਉਹ ਦਫਨਾਇਆ ਗਿਆ ਸੀ। ਆ ਤੁਸੀਂ ਦੇਖੋ ਅੱਜ ਵੀ ਉਸ ਛੋਟੇ ਬੱਚੇ ਦੀ ਉਸ ਬੋਡੀ ਦੀ ਯਾਦ ਦੇ ਵਿੱਚ ਆ ਛੋਟੇ ਛੋਟੇ ਖਿਡੌਣੇ, ਉਹ ਟੋਏ ਜਿਹੜੇ ਉਹ ਇੱਥੇ ਰੱਖੇ ਗਏ ਆ ਤੇ ਆਹ ਦੇਖੋ ਬੱਚੇ ਦਾ ਨਾਮ ਜਿਹੜਾ ਉਹ ਇੱਥੇ ਲਿਖਿਆ ਗਿਆ। ਕਿੰਨੇ ਕੁ ਸਾਲ ਦਾ ਸੀ ਬੱਚਾ? ਇੱਥੇ ਮੇਰੇ ਖਿਆਲ 4-5 ਸਾਲ ਦੀ ਉਮਰ ਹੀ ਹੋਣੀ ਹੈ ਨਾ ਉਹਦੀ। 1910 ਤੋਂ ਹਾਂ 1912 ਸੋ 2 ਸਾਲ ਦੀ ਬੱਚੀ ਸੀ। 2 ਸਾਲ ਤੋਂ ਵੀ ਘੱਟ ਜੀ। ਸਤੰਬਰ 2 ਸਾਲ ਤੋਂ ਘੱਟ ਦਾ ਜਨਮ ਉਹਦਾ ਦੱਸਦਾ ਤੇ ਅਪ੍ਰੈਲ ਦੇ ਵਿੱਚ ਜਿਹੜੀ 15 ਅਪ੍ਰੈਲ ਨੂੰ ਉਹਦੀ ਮੌਤ ਹੋ ਜਾਂਦੀ ਆ। ਤੇ ਜੇ ਆਪਾਂ ਇਧਰੋਂ ਵਿਊ ਦਿਖਾ ਦਈਏ ਕਿ ਸ਼ਿਪ ਦੀ ਜਿਹੜੀ ਉਹ ਸ਼ੇਪ ਦਿੱਤੀ ਗਈ ਸੀ ਜੀ। ਸੋ ਇਧਰਲੇ ਪਾਸੇ ਆ ਜਿੰਨੇ ਵੀ ਆ 3 ਲਾਈਨਾਂ ਦੇ ਵਿੱਚ 1 2 ਤੇ 3 4 ਲਾਈਨਾਂ ਦੇ ਵਿੱਚ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਸਿਮਟਰੀ ਬਣੀ ਹੋਈ ਹੈ, ਇਹ ਸਾਰਾ ਇੱਕ ਸ਼ਿਪ ਦਾ ਜਿਹੜਾ ਰੂਪ ਦਿੱਤਾ ਗਿਆ। ਸੋ ਟਾਈਟੈਨਿਕ ਜਹਾਜ਼ ਜਿਹੜਾ 1912 15 ਅਪ੍ਰੈਲ ਨੂੰ ਸਮੁੰਦਰੀ ਪਾਣੀਆਂ ਦੇ ਵਿੱਚ ਸਮੋ ਗਿਆ ਸੀ, ਡੁੱਬ ਗਿਆ ਸੀ, ਬਹੁਤ ਸਾਰੇ ਲੋਕ ਮਾਰੇ ਗਏ। ਉਹਨਾਂ ਦੇ ਵਿੱਚੋਂ ਕੁਝ ਇੱਕ ਲੋਕਾਂ ਨੂੰ ਇਸ ਜਗ੍ਹਾ ਦੇ ਉੱਤੇ ਹੈਲੀਫੈਕਸ ਸ਼ਹਿਰ ਦੇ ਵਿੱਚ ਦਫਨਾਇਆ ਗਿਆ ਸੀ। ਸੋ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਪਣਡੁੱਬੀ ਦੇ ਵਿੱਚ ਕੁਝ ਇੱਕ ਲੋਕ ਖੋਜਣ ਗਏ ਸੀ ਦੁਬਾਰਾ ਫੇਰ, ਤਾਂ ਉਹ ਵੀ ਪਣਡੁੱਬੀ ਡੁੱਬ ਗਈ। ਕੁਝ ਇੱਕ ਹੋਰ ਲੋਕਾਂ ਦੀ ਮੌਤ ਹੋਈ ਹੈ ਤੇ ਘਟਨਾਵਾਂ ਦੁਬਾਰਾ ਤਾਜ਼ਾ ਹੋਈਆਂ ਜੀ। ਸੋ ਮੇਰਾ ਖਿਆਲ ਆ ਕਿ ਵੀ ਜੇ ਤੁਸੀਂ ਕਿਤੇ ਆਏ, ਤੁਹਾਡਾ ਸਮਾਂ ਲੱਗਿਆ ਤੇ ਹੈਲੀਫੈਕਸ ਦੇ ਵਿੱਚ ਟਾਈਟੈਨਿਕ ਨਾਲ ਜਿਹੜੀਆਂ ਯਾਦਾਂ ਜੁੜੀਆਂ ਨੇ ਉਹਦੇ ਵਿੱਚੋਂ ਇੱਕ ਯਾਦ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਫਿਲਹਾਲ ਹੁਣ ਅਸੀਂ ਅੱਗੇ ਨੂੰ ਚੱਲਾਂਗੇ ਤੇ ਫਿਰ ਹੈਲੀਫੈਕਸ 'ਚ ਹੋਰ ਚੀਜ਼ਾਂ ਵੀ ਆਪਾਂ ਦੇਖਦੇ ਹਾਂ ਜੀ। ਆ ਜਿਹੜਾ ਨਜ਼ਾਰਾ ਜੀ ਇਸ ਵਕਤ ਤੁਸੀਂ ਦੇਖਦੇ ਪਏ ਹੋ, ਇਹ ਹੈਲੀਫੈਕਸ ਦੇ ਵਿੱਚ ਆ ਅਸੀਂ, ਤੇ ਸਾਨੂੰ ਲੱਗਿਆ ਵੀ ਥੋੜਾ ਜਿਹਾ ਰੌਣਕ ਮੇਲਾ ਇੱਥੋਂ ਦਾ ਤੁਹਾਨੂੰ ਵਿਖਾਈਏ। ਆ ਜਿੰਨਾ ਕੁ ਮੈਨੂੰ ਸਮਝ ਆਉਂਦੀ ਹੈ ਬਾਠ ਸਾਹਿਬ, ਵੀ ਨਿੱਕੀਆਂ ਨਿੱਕੀਆਂ ਬੋਟਾਂ ਜੀਆਂ ਦੇ ਵਿੱਚ ਲੋਕ ਜਜਾਰੇ ਤੇ ਲੈਂਦੇ ਹੈ ਕਿ ਨਹੀਂ? ਦੇਖੋ ਸੰਧਾਲੀਆ ਸਾਹਿਬ, ਉਹਨਾਂ ਨੂੰ ਜਦੋਂ ਗਰਮੀ ਦੇ ਜਿਹੜੇ 2-3 ਮਹੀਨੇ ਹੁੰਦੇ ਆ ਉਹਨਾਂ ਦੇ ਲਈ ਇਹ ਕੁਛ ਹੀ ਹੁੰਦਾ ਵੀ ਛੁੱਟੀਆਂ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਕਰਨੀਆਂ। ਗਰਮੀਆਂ ਦੇ ਵਿੱਚ ਕਿਸ਼ਤੀਆਂ ਉਹ ਸਾਰਾ ਸਾਲ ਸਾਂਭ ਕੇ ਰੱਖਦੇ ਆ, ਇਸ ਕਰਕੇ ਸਾਂਭ ਕੇ ਰੱਖਦੇ ਕਿ ਇਹਨਾਂ ਦਿਨਾਂ ਦੇ ਵਿੱਚ ਚਲਾਈਏ ਤੇ ਚਲਾਉਣ ਦਿਓ ਭਾਈ ਉਹਨਾਂ ਨੂੰ। ਹੋਰ ਉਹਨਾਂ ਨੇ ਕਿਹੜਾ ਮੇਲੇ ਤੇ ਜਾਣਾ, ਨਾ ਹੋਲੀ ਖੇਡਣੀ ਆ, ਆਹ ਕੁਛ ਹੀ ਆ ਉਹਨਾਂ ਦੇ ਲਈ ਤਾਂ ਭਾਈ। ਸੋ ਇੱਕ ਗੱਲ ਮੈਨੂੰ ਇਹ ਵੀ ਇੱਥੋਂ ਦੀ ਥੋੜੀ ਜਿਹੀ ਵੱਖਰੀ ਲੱਗੀ ਵੀ ਆਮ ਆਪਾਂ ਕਈ ਜਣਾ ਦੇਖਦੇ ਨੇ ਨਾ ਵੀ ਕਈ ਸ਼ਹਿਰ ਹੁੰਦੇ ਤਾਂ ਜ਼ਰੂਰ ਆ ਪਾਣੀ ਦੇ ਕੰਢੇ ਤੇ, ਪਰ ਪਾਣੀ ਦੇ ਜਿਹੜਾ ਆਪਾਂ ਜਿਹਨੂੰ ਆਪਾਂ ਬੈਂਕ ਕਹਿ ਦਿੰਦੇ ਆ ਜਾਂ ਜਿਹਨੂੰ ਆਪਾਂ ਕੰਢਾ ਕਹਿ ਦਿੰਦੇ ਆ, ਉਹ ਬਹੁਤ ਘੱਟ ਲੱਗਦਾ ਹੁੰਦਾ। ਪਰ ਇੱਥੇ ਮੈਨੂੰ ਲੱਗਦਾ ਹੈਲੀਫੈਕਸ ਦੇ ਵਿੱਚ ਉਹ ਅੰਦਰ ਨੂੰ ਜਾ ਕੇ ਚੁਰਾਂ ਜੀਆਂ ਕਾਫੀ ਵਾਹਵਾ ਏਰੀਆ ਪਾਣੀ ਨਾਲ ਲੱਗਦਾ। ਇੱਥੇ ਮੈਨੂੰ ਸੰਧਾਲੀਆ ਸਾਹਿਬ ਪਾਣੀ ਨਾਲ ਲੱਗਦਾ ਤੇ ਪਾਣੀ ਬਿਲਕੁਲ ਕੋਲ ਆ ਤੇ ਮੈਨੂੰ ਇੱਥੇ ਦਾ ਪਾਣੀ ਸਿਆਣਾ ਵੀ ਲੱਗਦਾ। ਜਾਨੀ ਪਾਣੀ ਤੁਹਾਨੂੰ ਇਦਾਂ ਨਹੀਂ ਬਹੁਤੀਆਂ ਛੱਲਾਂ ਜੀਆਂ ਨਹੀਂ ਦਿਸੀਆਂ, ਸ਼ਾਂਤ ਜਿਹਾ ਪਾਣੀ ਆ, ਨੇੜੇ ਜਿਹਾ ਲੱਗਦਾ, ਬੀਬਾ ਜਿਹਾ ਦੇਖੋ ਤੁਸੀਂ ਪਾਣੀ ਨਾ ਕਿ ਜਾਨੀ ਜੀ ਕਰਦਾ ਕਿ ਭਾਈ ਇਹਦੇ ਕੋਲ ਜਾ ਕੇ ਬਹਿ ਲਈਏ, ਤੰਗ ਜਿਹਾ ਨਹੀਂ ਕਰਦਾ ਤੇ ਵਧੀਆ। ਤੇ ਇੱਕ ਚੀਜ਼ ਆਪਾਂ ਹੋਰ ਵੀ ਇਧਰਲੇ ਪਾਸੇ ਧਿਆਨ ਦੇ ਆਲੇ ਦੁਆਲੇ ਮਾੜਾ ਜਿਹਾ ਕੈਮਰਾ ਮਾਰ ਕੇ ਦਿਖਾਉਣ, ਭੁਲੇਖਾ ਪੈ ਸਕਦਾ ਕਿਸੇ ਨੂੰ ਕਿ ਭਾਈ ਇਹ ਸਰੀ, ਐਬਸਫੋਰਡ, ਵੈਨਕੂਵਰ ਜਾਨੀ ਬ੍ਰਿਟਿਸ਼ ਕੋਲੰਬੀਆ ਵਾਲਾ ਹਿੱਸਾ ਲੱਗੂਗਾ ਕਿਸੇ ਨੂੰ, ਕਿਉਂਕਿ ਆਪਾਂ ਜਿੰਨੀ ਦੇਰ ਉੱਥੇ ਰਹੇ ਹਾਂ ਸੰਧਾਲੀਆ ਸਾਹਿਬ, ਇਹੀ ਲੱਗਦਾ ਰਿਹਾ ਕਿ ਸ਼ਾਇਦ ਜਿੰਨੀ ਬਿਊਟੀ ਕੁਦਰਤੀ ਸੁਹੱਪਣ, ਜਿੰਨੇ ਦਰਖਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਉਨੇ ਸ਼ਾਇਦ ਕੈਨੇਡਾ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੈ ਹੀ ਨਹੀਂ। ਹੁਣ ਇੱਥੇ 2-3 ਮਹੀਨੇ ਬਰਫ਼ ਵੀ ਪੈਂਦੀ ਹੈ, ਪਰ ਇਹਦੇ ਬਾਵਜੂਦ ਵੀ ਜੇ ਇਸ ਤਰੀਕੇ ਦੀ ਬਨਸਪਤੀ ਹੈ, ਜਿਸ ਤਰੀਕੇ ਦੇ ਦਰਖਤ ਨੇ, ਗ੍ਰੀਨਰੀ ਹੈ, ਮੈਨੂੰ ਲੱਗਦਾ ਜੇ ਮਾਤ ਨਹੀਂ ਪਾਉਂਦੀ ਤਾਂ ਮੁਕਾਬਲਾ ਜ਼ਰੂਰ ਦਿੰਦੀ ਬ੍ਰਿਟਿਸ਼ ਕੋਲੰਬੀਆ ਨੂੰ। ਨਹੀਂ ਪੂਰਾ ਕੀ ਕਹਿੰਦੇ ਫਲੋਰਾ ਐਂਡ ਫੌਨਾ ਜੀ, ਫਲੋਰਾ ਐਂਡ ਫੌਨਾ ਪੂਰਾ ਲੱਗਦਾ ਇੱਥੇ। ਨਹੀਂ ਪੂਰਾ ਲੱਗਦਾ। ਹੁਣ ਜਦੋਂ ਹਾਂਜੀ ਦੇਖੋ ਗੱਲ ਇਹ ਆ ਵੀ ਸਾਡੀ ਕੋਸ਼ਿਸ਼ ਇਹ ਵੀ ਆ ਕਿ ਵੀ ਇਸ ਸ਼ਹਿਰ ਨੂੰ ਥੋੜਾ ਜਿਹਾ ਵੇਖੀਏ, ਤੱਕੀਏ। ਜਿੰਨਾ ਕੁ ਹੁਣ ਤੱਕ ਤੱਕਿਆ ਉਹਦੇ ਤੋਂ ਸਾਨੂੰ ਲੱਗਿਆ ਵੀ ਆਪਣਾ ਭਾਈਚਾਰਾ ਪਹਿਲਾਂ ਵੀ ਇੱਥੇ ਰਹਿੰਦਾ ਸੀ, ਹੁਣ ਵੀ ਹੌਲੀ ਵਧਣ ਲੱਗ ਪਈ ਹੈ ਜਨਸੰਖਿਆ ਇੱਥੇ, ਤੇ ਭਾਈਚਾਰੇ ਦੇ ਵਿੱਚ ਲਗਭਗ ਸਾਰੇ ਭਾਰਤ ਤੋਂ ਹੀ ਮੇਰਾ ਖਿਆਲ ਮਿਕਸ ਕਮਿਊਨਿਟੀ ਵਾਲੇ ਲੋਕ ਰਹਿੰਦੇ। ਆਪੇ ਗੁਜਰਾਤ ਤੋਂ ਬਹੁਤ ਨੇ, ਹਰਿਆਣੇ ਤੋਂ ਨੇ, ਤੇ 40,000 ਤਾਂ ਭਾਰਤ ਤੋਂ ਨੇ, ਦੱਖਣ ਭਾਰਤ ਤੋਂ। ਬਿਲਕੁਲ 40,000 ਤਾਂ ਕਹਿੰਦੇ ਆ ਕਿ ਹੈਲੀਫੈਕਸ ਤੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਪੰਜਾਬੀ ਭਾਈਚਾਰਾ ਹੈਗਾ। ਸੋ ਇੱਥੇ ਰਹਿਣ ਸਹਿਣ ਜਿਹੜਾ ਹੈ ਜੀ ਉਹ ਬੜਾ ਸੋਹਣਾ ਉਹਨਾਂ ਦਾ, ਤੇ ਆਪਸ ਦੇ ਵਿੱਚ ਮਿਲਵਰਤਨ ਵੀ ਪੂਰਾ। ਤੇ ਇੱਕ ਗੱਲ ਇਹ ਵੀ ਜਿੰਨੀ ਕਿ ਸਾਨੂੰ ਦੱਸੀ ਗਈ ਉਹ ਇਹ ਕਿ ਜਿੱਦਾਂ ਆਪਾਂ ਮੋਸਟਲੀ ਕਈ ਸ਼ਹਿਰਾਂ 'ਚ ਦੇਖਦੇ ਹਾਂ ਕਿ ਜੇ ਕੋਈ GTA ਤੇ ਬਰੈਂਪਟਨ 'ਚ ਆਪਣੇ ਵਾਲੇ ਆ, ਜੇ ਆਪਾਂ ਵੈਨਕੂਵਰ ਵਾਲਿਆਂ ਤੇ ਸਰੀ 'ਚ ਆਪਣੇ ਵਾਲੇ ਆ, ਜਾਂ ਐਕਸਪੋਰਟ 'ਚ ਨੇ, ਇੱਥੇ ਕੋਈ ਇੱਕ ਪਾਰਟਿਕੂਲਰ ਏਰੀਏ 'ਚ ਨਹੀਂ ਆ, ਯਾਨੀ ਮਹੱਲਾ ਨਹੀਂ ਬਣਾਇਆ ਕੋਈ ਆਪਣਾ, ਮਹੱਲਾ ਨਹੀਂ ਬਣਾਇਆ ਇੱਥੇ। ਤੁਹਾਨੂੰ ਹੈਲੀਫੈਕਸ ਜਿਹੜਾ ਕਿ ਸ਼ਾਇਦ ਉਹ 3-4 ਸ਼ਹਿਰਾਂ ਨੂੰ ਜੋੜ ਕੇ ਵੱਡਾ ਏਰੀਆ ਬਣਦਾ,
ਉਸ ਏਰੀਏ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਖਿਲਰ ਕੇ ਆਪਣਾ ਜਿਹੜਾ ਭਾਈਚਾਰਾ ਰਹਿੰਦਾ। ਇੱਕ ਨਾ ਸੰਧਾਲੀਆ ਸਾਹਿਬ ਬਹੁਤ ਕਮਾਲ ਦੀ ਗੱਲ ਹੈ ਕਿ ਹੈਲੀਫੈਕਸ ਦੇ ਵਿੱਚ ਤੁਹਾਨੂੰ ਜਵਾਨ ਪੰਜਾਬੀ ਮਿਲਣਗੇ, ਜਵਾਨ ਭਾਰਤੀ ਮਿਲਣਗੇ, ਕਿਉਂਕਿ ਇੱਥੇ ਪੁਰਾਣੇ ਲੋਕ ਆਏ ਹੋ ਆ ਵੈਸੇ 40-50 ਸਾਲ ਪਹਿਲਾਂ ਪੁਰਾਣੇ, ਪਰ ਉਹਨਾਂ ਦੀ ਗਿਣਤੀ ਪੰਜਾਬੀਆਂ ਦੀ ਬਹੁਤ ਥੋੜੀ ਹੈ। ਹੁਣ ਪਿਛਲੇ 10-12-15 ਸਾਲਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਆਉਣੇ ਸ਼ੁਰੂ ਹੋਏ ਆ, ਨੌਜਵਾਨ ਨੇ ਉਹ, ਤੇ ਉਹ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਫਿਰ ਕਿਤੇ ਨਾ ਕਿਤੇ ਆਣ ਕੇ ਇੱਥੇ ਹੁਣ ਉਹਨਾਂ ਦੀਆਂ ਵਿਆਹ ਸ਼ਾਦੀਆਂ ਵੀ ਹੋਏ, ਬੱਚੇ ਵੀ ਹੈਗੇ ਆ, ਉਹਨਾਂ ਦੇ ਗਿਣਤੀ ਵੱਧ ਰਹੀ ਆ। ਪਰ ਤੁਸੀਂ ਜਿੱਧਰ ਵੀ ਦੇਖੋਗੇ ਤੁਹਾਨੂੰ ਬਜ਼ੁਰਗ ਬੰਦੇ ਘੱਟ ਨਜ਼ਰ ਆਉਣਗੇ। ਯੰਗ ਜਨਰੇਸ਼ਨ ਜਿਹੜੀ ਆਪਣੀ ਨੌਜਵਾਨ ਪੰਜਾਬੀ ਜਿਹੜੇ ਆ ਉਹ ਹਰ ਪਾਸੇ ਜਿਹੜੇ ਉਹ ਤੁਹਾਨੂੰ ਕਿਤੇ ਨਾ ਕਿਤੇ ਨਜ਼ਰ ਆ ਜਾਣਗੇ। ਬਿਲਕੁਲ ਸਹੀ ਗੱਲ ਆ। ਸੋ ਇਹ ਅਸੀਂ ਇੱਥੇ ਰੁਕੇ ਕਿਉਂ ਸੀ, ਇਹ ਵੀ ਤੁਸੀਂ ਸੋਚਦੇ ਹੋਣੇ ਵੀ ਯਾਰ ਐਡਾ ਪਾਣੀ ਵਿਖਾਉਣ ਦਾ ਕਰਕੇ ਤੇ ਰੁਕੇ ਨਹੀਂ ਹੋਣੇ, ਕੋਈ ਕਹਾਣੀ ਤੇ ਹੋਣੀ ਆ। ਉਹ ਜਿਹੜੀ ਕਹਾਣੀ ਆ ਉਹ ਵੀ ਆਪਾਂ ਤੁਹਾਨੂੰ ਹੁਣੇ ਦਿਖਾ ਦਿੰਨੇ ਆ। ਅਸੀਂ ਉਸ ਪੁਆਇੰਟ ਤੇ ਲਗਭਗ ਪਹੁੰਚ ਹੀ ਗਏ ਆ, ਤੇ ਮੈਂ ਬੇਨਤੀ ਕਰੂੰਗਾ ਸਾਡੇ ਕੈਮਰਾਮੈਨ ਸਾਹਿਬ ਨੂੰ ਕਿ ਪਹਿਲਾਂ ਤੁਸੀਂ ਆ ਜਿਹੜੀ ਚੀਜ਼ ਪਈ ਹੈ ਜੀ ਇਹਨੂੰ ਵਿਖਾਓ ਮਾੜਾ ਜਿਹਾ ਵੀ ਇਹ ਕੀ ਚੀਜ਼ ਆ ਜੀ। ਜੀ ਲਓ ਜੀ ਵੇਖੋ ਇੱਕ ਨਾ WhatsApp ਕੀ ਨਜ਼ਰ ਆਉਂਦਾ ਹੈ। ਸੰਧਾਲੀਆ ਸਾਹਿਬ ਵੈਸੇ ਤਾਂ ਇਹ ਇੱਕ ਸਧਾਰਨ ਜੀ ਚੀਜ਼ ਨਜ਼ਰ ਆਉਂਦੀ ਆ ਵੈਸੇ ਹੀ, ਹਾਂ, ਪਰ ਇਹ ਜਿਹੜਾ ਸਮੁੰਦਰੀ ਜਹਾਜ਼ ਜਦੋਂ ਰੋਕਣਾ ਹੁੰਦਾ ਆ ਕਿਤੇ, ਮੰਨ ਲਓ ਪਾਣੀ ਦੇ ਵਿੱਚ ਜਦੋਂ ਸਮੁੰਦਰੀ ਜਹਾਜ਼ ਨੂੰ ਖੜਾ ਕਰਨਾ ਤਾਂ ਪਾਣੀ ਦੇ ਵਿੱਚ ਐਂਕਰ ਸਿੱਟਿਆ ਜਾਂਦਾ। ਐਂਕਰ ਤੋਂ ਭਾਵ ਕਿ ਉਹ ਫਿਰ ਥੱਲੇ ਜਾ ਕੇ ਪੱਥਰਾਂ ਦੇ ਵਿੱਚ ਰੱਸੇ ਦੇ ਨਾਲ ਵੱਜਾ ਲੋਹੇ ਦਾ ਇੱਕ ਪੀਸ ਹੁੰਦਾ, ਉਹ ਪੱਥਰਾਂ 'ਚ ਜਾ ਕੇ ਫਸ ਜਾਂਦਾ ਸ਼ਿਕੰਜਾ ਜਿਹਾ, ਤਾਂ ਫਿਰ ਜਹਾਜ਼ ਹਵਾ ਨਾਲ ਲਹਿਰਾਂ ਨਾਲ ਇੱਧਰ ਉੱਧਰ ਨਹੀਂ ਜਾਂਦਾ। ਇਹ ਉਹਦੀ ਹੁੱਕ ਆ ਉਤਲੀ, ਹੁੱਕ ਆ ਉੱਪਰਲੇ ਪਾਸੇ ਵਾਲੀ। ਸੋ ਇਹਦਾ ਜਿਹੜਾ ਇਹ ਹੁੱਕ ਦਾ ਇੱਥੇ ਹੋਣ ਦਾ ਕਾਰਨ ਕੀ ਆ ਜੀ, ਉਹ ਤੁਹਾਨੂੰ ਇਸ ਪਾਸੇ ਅਸੀਂ ਜਿਹੜੀ ਇਹਦੀ ਹਿਸਟਰੀ ਲਿਖੀ ਹੋਈ ਉਹ ਤੋਂ ਦਿਖਾ ਦਿੰਦੇ। ਪਹਿਲਾਂ ਤੇ ਆਹ ਦਿਖਾਓ ਸੰਜੋਤ ਜੀ ਕਿ ਪੂਰਾ ਪਾਰਟ ਇਸ ਤਰ੍ਹਾਂ ਦਾ ਸੀਗਾ, ਐਂਕਰ ਇਸ ਤਰ੍ਹਾਂ ਦਾ ਹੁੰਦਾ। ਹਾਂ, ਇਹ ਐਂਕਰ ਹੁੰਦਾ, ਪਰ ਇਹਦਾ ਆਹ ਵਾਲਾ ਪੋਰਸ਼ਨ ਜਿਹੜਾ ਇਹ ਤੁਸੀਂ ਇੱਥੇ ਦੇਖ ਰਹੇ ਹੋ ਪਿਆ ਜੀ, ਇਹ ਐਂਕਰ ਡਰਾਈਵ ਦੇ ਉੱਤੇ ਇਸ ਵੇਲੇ ਅਸੀਂ ਖੜੇ ਹਾਂ, ਜਾਨੀ ਕਿ ਇਸ ਸੜਕ ਦਾ, ਇਸ ਗਲੀ ਦਾ ਨਾਮ ਜਿਹੜਾ ਇਸ ਐਂਕਰ ਦੇ ਨਾਂ ਦੇ ਉੱਤੇ ਹੈਲੀਫੈਕਸ ਦੇ ਵਿੱਚ ਐਂਕਰ ਡਰਾਈਵ ਰੱਖ ਦਿੱਤਾ ਗਿਆ। ਤੇ ਸੰਧਾਲੀਆ ਸਾਹਿਬ ਜੋ ਇਹਦੇ ਵਿੱਚ ਲਿਖਿਆ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਚੱਲਾ ਸੀ, ਜਦੋਂ ਦੁਨੀਆ ਲੜਾਈ ਪੜਾਈ ਦੇ ਵਿੱਚ ਲੱਗੀ ਸੀ, ਮੇਰੇ ਖਿਆਲ 13 ਤੋਂ 18 14 ਤੋਂ 18 ਤੱਕ ਚੱਲਿਆ ਹੋਣਾ, ਤੇ ਉਦੋਂ ਮੁੱਕਣ ਦੇ ਕਿਨਾਰੇ ਤੇ ਸੀ। ਤੇ 2017 ਦੇ ਵਿੱਚ ਇਹਨਾਂ ਪਾਣੀਆਂ ਦੇ ਵਿੱਚ ਹੀ, ਜਿਹੜੇ ਪਾਣੀ ਆਪਾਂ ਦਿਖਾਏ ਆ ਇਹਨਾਂ ਤੋਂ ਥੋੜਾ ਦੂਰ, ਦੋ ਸ਼ਿਪ ਆਪਸ ਦੇ ਵਿੱਚ ਭਿੜ ਗਿਆ ਸੀ ਜਿਹੜੇ ਅਸਲੇ ਦੇ ਨਾਲ ਲੱਦੇ ਹੋਏ ਸੀ ਜੀ। ਉਹ ਗਲਤੀ ਨਾਲ ਭਿੜੇ ਜਾਂ ਕਿਵੇਂ ਭਿੜੇ, ਪਰ ਉਹਦੇ ਤੋਂ ਬਾਅਦ ਜਦੋਂ ਅਸਲੇ ਨਾਲ ਲੱਦੇ ਸ਼ਿਪ ਆਪਸ ਦੇ ਵਿੱਚ ਟਕਰਾ ਗਏ, ਫਿਰ ਜਿਹੜੇ ਧਮਾਕੇ ਹੋਏ, ਇਹ ਉਹਦੀ ਤਬਾਹੀ ਦੀਆਂ ਤਸਵੀਰਾਂ ਨੇ। ਆਹ ਜਿਹੜੀ ਤਸਵੀਰ ਹੈ ਇਹਦੇ ਵਿੱਚੋਂ ਸਾਫ਼ ਤੌਰ ਤੇ ਪਤਾ ਲੱਗਦਾ ਕਿ ਇਸ ਤਰ੍ਹਾਂ ਦਾ ਫਿਰ ਧਮਾਕਾ ਹੋਇਆ। ਆਹ ਜਿਹੜਾ ਇੱਕ ਸ਼ਿਪ ਸੀ ਉਹਨਾਂ ਦੇ ਵਿੱਚੋਂ, ਆਹ ਦੂਸਰਾ ਸ਼ਿਪ ਸੀ, ਆਹ ਥਾਂ ਦਿਖਾਇਆ ਗਿਆ, ਤੇ ਧਮਾਕਾ ਕਿੰਨੇ ਵਜੇ ਹੋਇਆ, ਤੇ ਆਹ ਟਾਈਮ ਪੀਸ ਉੱਥੇ ਰੁਕਿਆ ਪਿਆ ਜੀ। ਆ ਲਓ ਜੀ ਉਹਦੇ ਟਾਈਮਿੰਗ ਆ। ਸੋ ਇਹ ਟਾਈਮਿੰਗ ਆ, ਤੇ ਇਹਦੇ ਚ ਆਪਾਂ ਇਹ ਵੀ ਦੱਸ ਦਈਏ ਕਿ ਇਹ ਜਿਹੜਾ ਪੀਸ ਆ ਥੋੜਾ ਜਿਹਾ ਧਿਆਨ ਨਾਲ ਪੜਿਓ। ਆ ਤੁਹਾਡੇ ਸਾਹਮਣੇ ਵੀ ਲਿਖਿਆ ਉਹਨਾਂ ਨੇ ਕਿ ਇਹ ਪੀਸ 2.35 ਮਾਈਲ ਅਪਰੋਕਸੀਮੇਟਲੀ 3.8 ਕਿਲੋਮੀਟਰ ਦੂਰ ਇੱਥੇ ਆ ਕੇ ਡਿੱਗਾ ਸੀ। ਤੇ ਇਹ ਇਹਨਾਂ ਜਹਾਜ਼ਾਂ ਦੇ ਪੀਸ ਜਿਹੜੇ ਨੇ ਉਹ ਕਹਿੰਦੇ 1 ਲੱਖ ਤੋਂ ਵੀ ਵੱਧ ਪੀਸ ਹੋ ਗਏ ਸੀ, ਤੇ ਉਹ ਕਿੱਥੇ ਕਿੱਥੇ ਤੱਕ ਗਏ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਉਹਦੇ ਚੋਂ ਕੋਈ ਅਪਰੋਕਸੀਮੇਟਲੀ ਮੋਟਾ ਪੰਜਾਬੀ 'ਚ ਕਹਿਣਾ ਹੋਵੇ ਤੇ 4 ਕਿਲੋਮੀਟਰ ਆਣ ਕੇ ਦੂਰ ਇਹ ਵਾਲਾ ਪੀਸ ਡਿੱਗਾ। ਸੰਧਾਲੀਆ ਸਾਹਿਬ ਤੁਸੀਂ ਤਬਾਹੀ ਦੀ ਗੱਲ ਦੇਖ ਲਓ, ਸਮੁੰਦਰੀ ਕੰਢੇ ਸ਼ਾਂਤੀ ਦੇ ਨਾਲ ਲੋਕ ਰਹਿੰਦੇ ਸੀ ਉਦੋਂ, ਪਰ ਜਦੋਂ ਇਹ ਦੋਨੇ ਸ਼ਿਪ ਆਪਸ ਦੇ ਵਿੱਚ ਟਕਰਾਏ ਆ, ਉਹਦੇ ਤੋਂ ਬਾਅਦ 1700 ਤੋਂ ਵੱਧ ਲੋਕ ਜਿਹੜੇ ਆ ਉਸ ਸਾਰੀ ਘਟਨਾਕ੍ਰਮ ਦੇ ਵਿੱਚ ਵਿਸਫੋਟ ਦੇ ਵਿੱਚ ਮਾਰੇ ਗਏ। 9000 ਤੋਂ ਵੱਧ ਲੋਕ ਜਿਹੜੇ ਉਹ ਜ਼ਖਮੀ ਹੋਏ, ਤੇ ਜਿਹੜੇ 1700 ਬੰਦੇ ਮਾਰੇ ਗਏ ਉਹ ਸ਼ਿਪ ਦੇ ਵਿੱਚ ਨਹੀਂ ਸੀ, ਕਿਉਂਕਿ ਜਦੋਂ ਬਲਾਸਟ ਹੋਇਆ ਤਾਂ ਹੈਲੀਫੈਕਸ ਸ਼ਹਿਰ ਦਾ ਇੱਕ ਬਹੁਤ ਵੱਡਾ ਹਿੱਸਾ ਵੀ ਤਬਾਹ ਹੋਇਆ। ਬਹੁਤ ਸਾਰੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ, ਤੇ ਜਦੋਂ ਇਮਾਰਤਾਂ ਢਹਿ ਢੇਰੀ ਹੋਈਆਂ ਤੇ ਉਹਨਾਂ ਇਮਾਰਤਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਵੀ ਮੌਤ ਹੋਣੀ ਸੀ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਫਿਰ ਸਰੀਰੋਂ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਨੂੰ ਦਿਸਣੋਂ ਹਟ ਗਿਆ, ਕਿਉਂਕਿ ਜਦੋਂ ਧਮਾਕਾ ਹੋਇਆ ਇਦਾਂ ਦਾ ਧੂਆਂ ਤਾਂ ਫਿਰ ਬਹੁਤ ਸਾਰੀਆਂ ਕੈਮੀਕਲ ਵਾਲੀਆਂ ਚੀਜ਼ਾਂ ਵੀ ਤੁਹਾਨੂੰ ਰਿਐਕਟ ਕਰਦੀਆਂ। ਤੁਸੀਂ ਇੱਕ ਸਿੰਪਲ ਜਿਹੀ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿੰਨਾ ਵਿਸ਼ਾਲ ਐਕਸਪਲੋਜ਼ਨ ਹੋਊਗਾ ਜਿਹਨੇ ਇੰਨੀ ਭਾਰੀ ਲੋਹੇ ਦੀ ਚੀਜ਼ ਜਿਹੜੀ ਇਹ ਹੁੱਕ ਆ, ਜਿਹਦੇ ਨਾਲ ਅਗਲੇ ਪਾਸੇ ਭਾਰਤ ਤੋਂ ਇੱਕ ਵੱਡਾ ਜਹਾਜ਼ ਵੱਜਾ ਹੁੰਦਾ ਸਮੁੰਦਰ ਦੇ ਵਿੱਚ, ਉਹਨੂੰ 4 ਕਿਲੋਮੀਟਰ ਹਵਾ 'ਚ ਉਡਾ ਕੇ ਤੇ ਇੱਥੋਂ ਤੱਕ ਭੇਜ ਦਿੱਤਾ ਜੀ। ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਸ 4 ਕਿਲੋਮੀਟਰ ਤੱਕ ਜੇ ਏਡੀ ਭਾਰੀ ਚੀਜ਼ ਆ ਗਈ ਤੇ ਤੁਸੀਂ ਬੰਦੇ ਦੇ ਭਾਰ ਦਾ ਅੰਦਾਜ਼ਾ ਲਾ ਸਕਦੇ ਹੋ, ਤੇ ਉਸ ਐਕਸਪਲੋਜ਼ਨ ਦੇ ਵਿੱਚ ਤਾਕਤ ਕਿੰਨੀ ਹੋਊਗੀ ਉਹਦਾ ਅੰਦਾਜ਼ਾ ਲਾ ਸਕਦੇ। ਇੱਕ ਨਾ ਸੰਧਾਲੀਆ ਸਾਹਿਬ ਮੇਰੇ ਵੈਸੇ ਮਨ ਦੇ ਵਿੱਚ ਆਉਂਦਾ ਸੀ ਕਿ ਬੰਦੇ ਨੇ ਤਰੱਕੀਆਂ ਬਹੁਤ ਕਰਨੀਆਂ, ਉਹੀ ਦੇਸ਼ ਹੈ, ਚਾਹੇ ਅਮਰੀਕਾ, ਚਾਹੇ ਕੈਨੇਡਾ, ਚਾਹੇ ਆਸਟ੍ਰੇਲੀਆ, ਚਾਹੇ ਬ੍ਰਾਜ਼ੀਲ ਆ, ਜੰਗਲਾਂ ਨੂੰ ਅੱਗਾਂ ਲੱਗਦੀਆਂ, ਅੱਗ ਬੁਝਾਉਣ ਦੇ ਪ੍ਰਬੰਧ ਅਜੇ ਨਹੀਂ ਹੋਏ, ਪਰ ਬਰੂਦ ਦੇ ਪ੍ਰਬੰਧ ਜਿਹੜੇ ਅਸੀਂ 100 ਸਾਲ ਪਹਿਲਾਂ ਕਰ ਲਏ ਸੀ। ਇਹ ਜਾਨੀ ਜੇ 1917 ਦੀ ਗੱਲ ਹੈ ਤਾਂ 106 ਸਾਲ ਹੋ ਗਏ ਨੇ ਉਸ ਘਟਨਾ ਨੂੰ। ਹੁਣ 106 ਸਾਲ ਪਹਿਲਾਂ ਸਾਡੇ ਕੋਲੇ ਬਰੂਦ ਸੀਗਾ, ਪਰ ਅੱਜ ਵੀ 106 ਸਾਲ ਬਾਅਦ ਵੀ ਜਦੋਂ ਆਪਾਂ ਦੇਖਦੇ ਹਾਂ ਤਾਂ ਉਸ ਮੌਕੇ ਦੇ ਉੱਤੇ ਸਾਡੇ ਕੋਲੇ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਮਨੁੱਖਤਾ ਨੂੰ ਬਚਾਉਣ ਦੇ ਲਈ ਚਾਹੀਦੀਆਂ ਉਹ ਹੈ ਨਹੀਂ। ਉਹ ਹੈ ਨਹੀਂ ਹੈ ਜੀ। ਸੋ ਕਹਿਣ ਤੋਂ ਭਾਵ ਇਹ ਹੋ ਗਿਆ ਕਿ ਸ਼ਾਇਦ ਇਹ ਵਾਲੀ ਥਾਂ ਜਿਹੜੀ ਹੈ
ਉਹ ਕਿਸੇ ਨੂੰ ਲੱਗੇ ਵੀ ਯਾਰ ਐਡੀ ਕਿਹੜੀ ਇੰਪੋਰਟੈਂਸ ਸੀ ਘਰਾਂ ਦੇ ਵਿੱਚ ਹੈਗਾ ਇੱਕ ਤੁਸੀਂ ਕੰਢੇ ਤੇ ਆਣ ਕੇ ਵਿਖਾਤਾ, ਪਰ ਅਸੀਂ ਸਿਰਫ ਤੁਹਾਨੂੰ ਇਹ ਅਹਿਸਾਸ ਕਰਵਾਉਣ ਦੇ ਲਈ ਇਹ ਦਿਖਾ ਰਹੇ ਹਾਂ ਕਿ ਵੀ ਜਿਹੜੀ ਇਹ ਹਥਿਆਰਾਂ ਦੀ ਦੌੜ ਆ ਨਾ, ਇਹ ਕਿੱਡੀ ਵੱਡੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਤੇ ਅੱਜ ਵੀ ਹੋ ਸਕਦਾ ਕਿ ਉਹਨਾਂ ਪਰਿਵਾਰਾਂ ਦੇ ਵਿੱਚੋਂ ਕੋਈ ਪਰਿਵਾਰ ਅਜੇ ਵੀ ਹੋਵੇ ਜਿਨ੍ਹਾਂ ਨੂੰ ਇਸ ਚੀਜ਼ ਵੱਲ ਦੇਖ ਕੇ ਆਪਣੇ ਉਹ ਪੁਰਾਣੇ ਯਾਦ ਆਉਂਦੇ ਹੋਣ ਵੀ ਯਾਰ ਸਾਡਾ ਨੁਕਸਾਨ ਇਸ ਐਕਸਪਲੋਜ਼ਨ 'ਚ ਹੋਇਆ ਸੀਗਾ ਤੇ ਸ਼ਾਇਦ ਉਹਨਾਂ ਦੇ ਜ਼ਖਮ ਭਰੇ ਹੁੰਦੇ ਹੋਣਗੇ। ਮੈਂ ਤਾਂ ਪਲੀਜ਼ ਨਹੀਂ ਦੱਸੋ। ਮੈਂ ਤਾਂ ਸੰਧਾਲੀਆ ਸਾਹਿਬ ਐਂਕਰ ਡਰਾਈਵ ਨੂੰ ਇਦਾਂ ਵੀ ਲੈਂਦਾ ਸੀ ਕਿ ਜਦੋਂ ਵੀ ਆਪਾਂ ਇਹ ਟੁਕੜਾ ਦੇਖੀਏ, ਇੱਕ ਪੀਸ ਦੇਖੀਏ ਜਿਹੜਾ ਕਿ ਸਮੁੰਦਰੀ ਜਹਾਜ਼ ਨੂੰ ਰੋਕਣ ਵਾਲਾ, ਤੇ ਉਹਦੇ ਤੋਂ ਬਾਅਦ ਸਾਨੂੰ ਚੇਤਾ ਆਉਣਾ ਚਾਹੀਦਾ ਜਦੋਂ ਅਸੀਂ ਕਹਿੰਦੇ ਜੀ ਸਾਡੇ ਦੇਸ਼ ਦੀ ਡੀਲ ਹੋ ਗਈ ਹੈ, ਹੁਣ ਅਸੀਂ ਇੰਨੇ ਜਿਹੜੇ ਆ ਲੜਾਕੂ ਜਹਾਜ਼, ਇੰਨੀਆਂ ਮਿਜ਼ਾਈਲਾਂ, ਇੰਨੇ ਟੈਂਕ, ਇਹ ਕੁਝ ਖਰੀਦਣਾ ਹੈ ਜਾਂ ਸਾਡੇ ਦੇਸ਼ ਨੇ ਆਹ ਚੀਜ਼ ਮਨੁੱਖਤਾ ਦੀ ਤਬਾਹੀ ਵਾਲੀ ਬਣਾ ਲਈ ਹੈ, ਉਹਦੇ ਤੇ ਖੁਸ਼ ਨਹੀਂ ਹੋਣਾ ਚਾਹੀਦਾ। ਸਗੋਂ ਇਹ ਚੀਜ਼ਾਂ ਘਟਾ ਕੇ ਆਪਾਂ ਪਿਆਰ ਆਪਸ ਵਿੱਚ ਕਿੱਦਾਂ ਵਧਾਉਣਾ ਕਿ ਤੀਸਰਾ ਵਿਸ਼ਵ ਯੁੱਧ ਵਾਲੇ ਪਾਸੇ ਨਾ ਵਧੀਏ, ਉਧਰਲੇ ਪਾਸੇ ਨੂੰ ਤੁਰਨਾ ਜ਼ਰੂਰੀ ਹੈ। ਸੋ ਜ਼ਿਆਦਾ ਵਧੀਆ ਜੀ। ਸੋ ਅਸੀਂ ਹੁਣ ਅੱਗੇ ਨਿਕਲਾਂਗੇ। ਤੁਸੀਂ ਇੱਕ ਵਾਰ ਫਿਰ ਤੋਂ ਮੈਂ ਬੇਨਤੀ ਕਰਾਂਗਾ ਸਾਡੇ ਕੈਮਰਾਮੈਨ ਸਾਹਿਬ ਨੂੰ ਉਹ ਦਿਖਾ ਦਿਓ ਜੀ ਵੀ ਆਹ ਇਹਦਾ ਸਾਰਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ। ਸੋ ਅੱਗੇ ਆਪਾਂ ਮਿਲਦੇ ਹਾਂ ਜੀ ਦੁਬਾਰਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ। ਵਾਟ ਸਾਹਿਬ ਜਿੱਥੇ ਆਪਾਂ ਖਲੋਤੇ ਆ ਉਹਦੇ ਸਾਹਮਣੇ ਕੈਨੇਡਾ ਦਾ ਝੰਡਾ, ਤੇ ਝੰਡੇ ਨੂੰ ਕਹਿੰਦੇ ਹੋਣੇ ਯਾਰ ਵਲ ਜੇ ਪਏ ਆ। ਹੁਣ ਕਰੀਏ ਕਿ ਜਿੰਨਾ ਉੱਚੀ ਆਪਾਂ ਚੜ੍ਹੇ ਆ ਉਹਦੇ ਵਿਚਾਰਾ ਝੰਡਾ ਸਾਰਾ ਦਿਨ ਝੂਲ ਝੂਲ ਕੇ ਕਮਲਾ ਹੋ ਜਾਂਦਾ ਨਾ। ਸੰਧਾਲੀਆ ਸਾਹਿਬ ਇਸੇ ਕਰਕੇ ਕਹਿੰਦੇ ਆ ਜੀ ਟਾਵਰਾਂ ਚੋਂ ਟਾਵਰ ਹੈਲੀਫੈਕਸ ਦਾ ਡਿੰਗਲ ਟਾਵਰ ਆਹਾ ਉੱਚਾ ਬਥੇਰਾ, ਕਿਉਂਕਿ ਅਸੀਂ ਹੁਣ ਸਾਹ ਚੜੇ ਤੇ ਬੋਲਣਾ ਕਿਉਂਕਿ ਪੌੜੀਆਂ ਅਸੀਂ ਸੈਂਕੜੇ ਚੜ ਕੇ ਆਏ ਆ, ਕੁਝ ਲੋਹੇ ਦੀਆਂ, ਕੁਝ ਪਤਲੀਆਂ, ਕੁਝ ਚੌੜੀਆਂ, ਤੇ ਸੰਧਾਲੀਆ ਸਾਹਿਬ ਤਾਂ ਵਜਨ ਵੀ ਆਪਣਾ ਬਾਵਾ ਚੱਕ ਲਿਆ ਨਾਲ। ਮੈਂ ਤਾਂ ਹੀ ਕਿਹਾ ਵੀ ਮੈਂ ਆਪ ਆਇਆ ਚੱਲ ਕੇ ਹੈ ਨਾ। ਕਿਸੇ ਵੇਲੇ ਕੋਈ ਕਹਿੰਦਾ ਹੁੰਦਾ ਬੰਦਾ ਵੀ ਯਾਰ ਕੋਈ ਆਇਆ ਕਿ ਨਹੀਂ ਆਇਆ, ਤੁਸੀਂ ਇੱਥੇ ਦੇਖ ਸਕਦੇ ਹੋ ਵੀ ਮੈਂ ਆਪ ਚੜ ਕੇ ਆਇਆ ਇਹਦੇ ਉੱਤੇ ਜੀ। ਸੋ ਮੈਨੂੰ ਇਹ ਸੀ ਕਿ ਵੀ ਚਲੋ ਇਹ ਜਗ੍ਹਾ ਜੇ ਇੱਥੇ ਆਉਂਦੇ ਨੇ ਲੋਕ, ਇਹਨੂੰ ਦੇਖਦੇ ਨੇ ਜਾਂ ਕਹਿ ਲਓ ਕਿ ਹੈਲੀਫੈਕਸ ਦੀ ਪਛਾਣ ਆ, ਤੇ ਇਹਨੂੰ ਵੇਖੀਏ ਜ਼ਰੂਰ। ਵੈਸੇ ਤਾਂ ਮੋਸਟਲੀ ਉਹ ਕਹਿੰਦੇ ਵੀ ਨੇ ਆਪਾਂ ਬਾਹਰੋਂ ਦੇਖ ਕੇ ਚਲੇ ਜਾਣਾ, ਫਿਰ ਹੋ ਗਈਆਂ ਟੀਚਰਾਂ ਜੀ ਵੀ ਇਹ ਤੇ ਕੌਣ ਚੜੂ। ਮੈਂ ਕਿਹਾ ਦਾਸ ਚੜੇਗਾ। ਹਾਂ ਦਾਸ ਚੜੇਗਾ। ਦਾਸ ਚੜਿਆ ਸਭ ਤੋਂ ਇਸ ਟਾਵਰ ਤੇ ਤੁਹਾਡਾ ਭਰਾ ਚੜੇਗਾ, ਇਦਾਂ ਕਿਹਾ ਸੀ। ਸਭ ਤੋਂ ਪਹਿਲਾਂ ਮੈਂ ਚੜਿਆ। ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। 111 ਸਾਲ ਪੁਰਾਣਾ ਟਾਵਰ ਆ। ਇਹਦੇ ਇਧਰਲੇ ਪਾਸੇ ਬਿਲਕੁਲ ਪਾਣੀ ਆ, ਤੁਸੀਂ ਸ਼ਾਰਟ ਇਹਦੇ ਦੇਖ ਰਹੇ ਹੋਗੇ। ਉੱਪਰੋਂ ਪਤਾ ਲੱਗਾ ਸੰਧਾਲੀਆ ਸਾਹਿਬ ਕਿ ਰਹਿائش ਥੋੜੀ ਹੈ, ਵਪਾਰ ਥੋੜਾ ਹੈ, ਤੇ ਕੁਦਰਤ ਜਾਨੀ ਕਿ ਜੰਗਲ, ਰੁੱਖ, ਦਰਖਤ, ਗ੍ਰੀਨਰੀ ਬਹੁਤ ਹੈ। ਗ੍ਰੀਨਰੀ ਬਹੁਤ ਹੈ। ਸੋ ਇਹ ਹੋ ਸਕਦਾ ਕਿਤੇ ਤੁਹਾਨੂੰ ਜੇ ਮੰਨ ਲਓ ਜ਼ਿਆਦਾ ਰੁੱਖ ਹੀ ਨਜ਼ਰ ਆਉਂਦੇ ਹੋਣ ਤੇ ਉਹਦੇ ਵਿੱਚ ਕੁਝ ਰਹਾਇਸ਼ੀ ਏਰੀਆ ਵੀ ਹੋਵੇ, ਕਿਉਂਕਿ ਜਿਨ੍ਹਾਂ ਥਾਵਾਂ ਦੇ ਉੱਪਰ ਪੁਰਾਣੇ ਘਰ ਨੇ ਉੱਥੇ ਹੁਣ ਰੁੱਖ ਵੱਡੇ ਹੋ ਗਏ ਆ ਤੇ ਜਿਹੜੇ ਘਰ ਨੇ ਥੱਲੇ ਲੁੱਕ ਵੀ ਗਏ। ਤੇ ਇਹ ਵੀ ਗੱਲ ਹੈ ਕਿ 111 ਸਾਲਾਂ ਦੇ ਵਿੱਚ ਇਦਾਂ ਹੀ ਖੜਾ ਜਦੋਂ ਮਰਜ਼ੀ ਆ ਸਕਦੇ ਹੋ, ਉੱਪਰ ਕੋਈ ਸਿਕਿਉਰਿਟੀ ਵਾਲਾ ਨਹੀਂ। ਤੇ ਸੰਧਾਲੀਆ ਸਾਹਿਬ 2-2 2.5 ਫੁੱਟ ਚੌੜੀਆਂ ਕੰਧਾਂ ਨੇ, ਯਾਨੀ ਜੇ ਇੰਨੀ ਮਜ਼ਬੂਤੀ ਹੈ। ਤੇ ਉਹਨਾਂ ਨੇ ਬਣਾਇਆ ਨਾ ਵੀ ਇਹ ਸਦੀਆਂ ਤੱਕ ਰੱਖਣ ਨੂੰ ਬਣਾਇਆ, ਰੱਖਣ ਮਤਲਬ ਉਹਨਾਂ ਨੇ ਬਾਅਦ ਚ ਇਹ ਨਹੀਂ ਬਣਾਇਆ ਵੀ ਇੱਕ ਵਾਰਾਂ ਬਣਾ ਲਓ ਫਿਰ ਮੁੜ ਕੇ ਮੇਨਟੇਨੈਂਸ ਦਾ ਕਰਾਂਗੇ, 2 ਵਾਰਾਂ ਫਿਰ ਇੱਕ ਅੱਧੀ ਵਾਰਾਂ ਆਖਾਂਗੇ ਵੀ ਇਹ ਜੀ ਹੁਣ ਭੁਰਨ ਲੱਗ ਪਿਆ, ਫਿਰ ਮੁੜ ਕੇ ਢਾਉਣ ਦਾ ਲੈ ਲਾਂਗੇ ਠੇਕਾ। ਜਾਨੀ ਜਦੋਂ ਇਹ ਬਣਾਇਆ ਸੀ ਉਦੋਂ ਕਿਸੇ ਲੀਡਰ ਨੇ ਇਹ ਨਹੀਂ ਕਿਹਾ ਕਿ ਇੱਟਾਂ ਫਿਰ ਮੇਰੇ ਭੱਠੇ ਤੋਂ ਆਉਣਗੀਆਂ, ਰੇਤਾ ਫਿਰ ਮੈਂ ਸਪਲਾਈ ਕਰੂੰਗਾ, ਭਾਵੇਂ ਵਿੱਚ ਦੂਜੀ ਮਿੱਟੀ ਪਾਈ ਜਾਓ। ਸੀਮੈਂਟ ਫਿਰ 3 ਦਾ ਪੂਰਾ ਲਾਇਆ ਲੱਗਦਾ, ਪੂਰਾ ਲਾਇਆ ਹੌਲੀ ਜੀ ਫਿਰ ਕੇ ਆਪਾਂ ਐਂ ਵੇਖ ਲੈਨੇ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਹਰ ਪਾਸਿਓਂ ਇਹਦਾ ਜਿਹੜਾ ਵਿਊ ਹੈ ਉਹ ਲੋਕ ਇੱਥੇ ਆਣ ਕੇ ਮਾਣਦੇ ਆ। ਸੰਧਾਲੀਆ ਸਾਹਿਬ ਕਿਸ਼ਤੀਆਂ ਦੇਖੋ ਕਿੱਦਾਂ ਦੀਆਂ ਪੂਰੀਆਂ ਜੀ, ਪੂਰੀਆਂ ਪੂਰਾ ਮੈਂ ਨਾ ਰੌਣਕ ਮੇਲਾ। ਤੇ ਪਿਕਨਿਕ ਜਿਹੜੀ ਲੋਕ ਮਨਾਉਣ ਆਉਂਦੇ ਨੇ ਉਹ ਵੀ ਆਉਂਦੇ ਨੇ। ਕੁਛ ਆ ਜਿਹੜੀਆਂ ਕਿਸ਼ਤੀਆਂ ਇੱਥੇ ਰਹਿੰਦੀਆਂ ਨੇ, ਕੁਛ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਲੋਕ ਆਪਣੀਆਂ ਗੱਡੀਆਂ ਤੇ ਲੱਦ ਕੇ ਲਿਆਉਂਦੇ ਨੇ, ਥੋੜਾ ਚਿਰ ਫੰਕਸ਼ਨ ਜਿਹਾ ਕਰਕੇ। ਵੈਸੇ ਹੀ ਇੱਕ ਸਵਾਲ ਆ ਸੰਧਾਲੀਆ ਸਾਹਿਬ, ਆ ਜਿਹੜੇ ਬੰਦੇ ਪਾਣੀ ਦੇ ਮੁੱਢ ਰਹਿੰਦੇ ਆ ਜੀ, ਮੱਛਰ ਬਹੁਤ ਹੋਣਾ ਇੱਥੇ। ਆਓ ਵੀ ਮੈਂ ਲੱਗਾ ਇਹ ਕਹਿਣ ਵੀ ਆਪਣੇ ਵਾਲਿਆਂ ਦਾ ਤੇ ਇਹੀ ਸਵਾਲ ਹੁੰਦਾ, ਨਿਗੋਚ ਜ਼ਰੂਰ ਕੱਢਣੀ ਆਉਂਦੇ ਨੇ ਐਵੇਂ। ਜੇ ਉਹ ਪਤਾ ਵੀ ਉਹ ਹੁਣ ਕਈ ਮਿਲੀਅਨ ਦੀ ਪ੍ਰਾਪਰਟੀ ਹੋ ਗਈ ਕਿਉਂਕਿ ਬੀਚ ਦੇ ਉੱਪਰ ਆ, ਤੇ ਆਖਣਾ ਉਹ ਇਹ ਕੋਈ ਥਾਂ ਰਹਿਣ ਵਾਲੀ ਨਿੱਕਿਆ, ਇੱਥੇ ਤੇ ਮੱਛਰ ਨਹੀਂ ਮਰਨਾ ਆਪਣੇ ਕੋਲੋਂ। ਹਾਂ ਬਹੁਤ ਔਖਾ ਹੋ ਜਾਣਾ ਜੀ। ਨਿਆਣਿਆਂ ਨਿੱਕਿਆਂ ਨੇ ਖੇਡਣਾ, ਲਾਗੇ ਪਾਣੀ ਹੋਵੇ ਚੰਗਾ ਥੋੜੀ ਲੱਗਦਾ। ਇਹ ਵੀ ਜੇ ਮੰਨ ਲਓ ਕਿਤੇ ਮੁੰਡਿਆਂ ਨੂੰ ਪਸੰਦ ਆ ਗਈ, ਬਜ਼ੁਰਗ ਨੂੰ ਲੈ ਜਾਂਦਾ, ਉਹਨੇ ਨਗੋਚ ਇਹੋ ਕਰਨੀ ਫਿਰ ਮੇਰੀ ਤੇ ਤੁਸੀਂ ਕੁਰਸੀ ਇੱਥੇ ਢਵਾ ਛੱਡਿਆ ਕਰਨੀ। ਆ ਜਿਹੜੇ ਭੂਤ ਆ ਇਹਨਾਂ ਨੇ ਤੇ ਇੱਧਰ ਨੂੰ ਜਾਣਾ, ਮੈਂ ਸਾਰਾ ਦਿਨ ਘੇਰਦਾ ਰਿਹਾ ਕਰੂੰ ਇਹਨਾਂ ਨੂੰ। ਚਲੋ ਡਿੰਗਲ ਟਾਵਰ ਨੂੰ ਫਿਰ ਫਤਿਹ। ਬਿਲਕੁਲ ਜੀ, ਜਾਲੀਏ ਕਿਉਂਕਿ ਅੱਗੇ ਵੀ ਸਾਡਾ ਸਫ਼ਰ ਵਾਵਾ ਤੇ ਫਿਲਹਾਲ ਤੁਸੀਂ ਦੇਖੋ ਇਸ ਟਾਵਰ ਨੂੰ ਤੇ ਆਪਾਂ ਮਿਲਦੇ ਹਾਂ। ਲਓ ਜੀ, ਹੈਲੀਫੈਕਸ ਦੀਆਂ ਰੌਣਕਾਂ ਜੇ ਦੇਖਣੀਆਂ ਤਾਂ ਫਿਰ ਇਸ ਥਾਂ ਤੋਂ ਖੜ ਕੇ ਜੇ ਤੁਹਾਨੂੰ ਹੈਲੀਫੈਕਸ ਨਾ ਵਿਖਾਇਆ ਤਾਂ ਫਿਰ ਗੱਲ ਬਣਨੀ ਨਹੀਂ। ਤੁਸੀਂ ਹੇਠਾਂ ਦੇਖੋ ਮੇਲਾ ਲੱਗਾ, ਆਪਾਂ ਨੂੰ ਲੱਗਦਾ ਹੁੰਦਾ ਕਿ ਪੰਜਾਬੀਆਂ ਦੇ ਹੀ ਮੇਲੇ ਆ, ਪਰ ਗੋਰਿਆਂ ਦਾ ਮੇਲਾ ਵੀ ਤੁਸੀਂ ਦੇਖੋ ਕਿੱਦਾਂ ਰੌਣਕਾਂ ਲੱਗੀਆਂ ਪਈਆਂ। ਅਸੀਂ ਉੱਪਰ ਪਹਾੜੀ ਦੇ ਕੋਲ, ਕਿਲੇ ਦੇ ਕੋਲ ਖੜ ਕੇ ਸਿਟਾਡਲ ਹਿੱਲ ਦੇ ਉੱਪਰ ਖੜੇ ਆ ਤੇ ਮੇਲਾ ਥੱਲੇ ਨਜ਼ਰ ਆਉਂਦਾ। ਦੂਰ ਦੂਰ ਤੱਕ ਹੈਲੀਫੈਕਸ ਦੀਆਂ ਜਿਹੜੀਆਂ ਇਮਾਰਤਾਂ ਨੇ, ਹਰਿਆ ਭਰਿਆ ਹੈਲੀਫੈਕਸ ਦਾ ਆਲਾ ਦੁਆਲਾ ਤੁਸੀਂ ਦੇਖੋਗੇ ਤਾਂ ਰੂਹ ਜਿਹੜੀ ਆ ਸਰਸ਼ਾਰ ਹੋ ਜਾਂਦੀ ਆ। ਸੰਧਾਲੀਆ ਸਾਹਿਬ ਮੈਨੂੰ ਤਾਂ ਆਨੰਦ ਬੜਾ ਆ ਰਿਹਾ। ਨਹੀਂ ਜੀ, ਪੂਰਾ ਆਨੰਦ ਆ ਰਿਹਾ। ਅਜੇ ਤਾਂ ਮੇਲੇ ਦੀ ਗੱਲ ਆ। ਹਾਂਜੀ,
ਹੁਣੇ ਜੇ ਤੁਸੀਂ ਦੇਖ ਸਕੋ ਸਾਡੇ ਸਾਹਮਣੇ ਉਹ ਹਸਪੀਟਲ ਦੀ ਬਿਲਡਿੰਗ ਹੈ ਇੱਥੋਂ ਦੀ ਹੈਲੀਫੈਕਸ ਦੀ, ਤੇ ਹੁਣੇ ਉਹਦੇ ਤੋਂ ਜਿਹੜਾ 에ਅਰ ਐਂਬੂਲੈਂਸ ਜਿਹਨੂੰ ਆਪਾਂ ਕਹਿੰਦੇ ਹੈਲੀਕਾਪਟਰ ਉਹ ਉੱਡ ਕੇ ਗਿਆ। ਮਤਲਬ ਇਹ ਹੋ ਗਿਆ ਕਿ ਜੇ ਕੋਈ ਇਹ ਸਮਝੇ ਵੀ ਯਾਰ ਉਹ ਮਤਲਬ ਅੱਛਾ ਇਹ ਸ਼ਹਿਰ ਕਿਹੋ ਜਿਹਾ ਨਹੀਂ, ਤਾਂ ਜਿਹੜੀਆਂ ਸਿਹਤ ਸਹੂਲਤਾਂ ਦੇ ਹਿਸਾਬ ਨਾਲ ਜੋ ਵਿਚਾਰੇ ਕਰ ਸਕਦੇ ਸੀ ਉਹਨਾਂ ਨੇ ਆਪਣੇ ਤੌਰ ਤੇ ਕੀਤਾ। ਭਾਵੇਂ ਜੇ ਹਸਪਤਾਲ ਸ਼ਹਿਰ ਦੇ ਵਿਚਾਲੇ ਆ ਤੇ ਹੈਲੀਕਾਪਟਰ ਵੀਰ ਜੀ ਸਿੱਧਾ ਕੋਠੇ ਤੇ। ਬਾਕੀ ਸੰਧਾ ਵਾਲੀਆ ਸਾਹਿਬ, ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਬੱਚਿਆਂ ਨੂੰ ਇਹ ਲੋਕ ਸਾਂਭਦੇ ਕਿ ਨਹੀਂ ਸਾਂਭਦੇ। ਮੈਂ ਦੇਖ ਰਿਹਾ ਸੀ ਕਿ ਮੇਲੇ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਨਾ ਉਹ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਆ। ਹਾਂ ਨਹੀਂ ਬੱਚਿਆਂ ਨੂੰ ਨਾਲ ਲਿਆਂਦਾ। ਤੇ ਥੋੜਾ ਜਿਹਾ ਆਪਾਂ ਤੁਹਾਨੂੰ ਦਿਖਾਈਏ ਜੀ, ਜੇ ਤੁਸੀਂ ਆਹ ਬਿਲਡਿੰਗਸ ਦੇਖ ਰਹੇ ਹੋ ਸਕਦਾ ਕਿਸੇ ਬੰਦੇ ਨੂੰ ਲੱਗਦਾ ਹੋਵੇ ਹੈਲੀਫੈਕਸ ਬੜਾ ਛੋਟਾ ਸ਼ਹਿਰ ਆ। ਦੇਖੋ ਜੀ ਸ਼ਹਿਰ ਛੋਟਾ ਨਹੀਂ ਹੈ, ਆਬਾਦੀ ਬਾਰੇ ਤੁਹਾਨੂੰ ਬਾਟ ਸਾਹਿਬ ਦੱਸਣਗੇ, ਪਰ ਜੇ ਆਪਾਂ ਹਿਸਟੋਰਿਕ ਮੋਨੂਮੈਂਟਸ ਦੀ ਗੱਲ ਕਰੀਏ, ਹਿਸਟੋਰਿਕ ਘਟਨਾਵਾਂ ਦੀ ਗੱਲ ਕਰੀਏ, ਹਿਸਟਰੀ ਦੀ ਗੱਲ ਕਰੀਏ, ਤੇ ਬਹੁਤ ਪੁਰਾਣੀ ਹਿਸਟਰੀ, ਬਹੁਤ ਪੁਰਾਣੀਆਂ ਥਾਵਾਂ ਉਹ ਇੱਥੇ ਦੇਖਣ ਵਾਲੀਆਂ ਨੇ। ਤੇ ਜੇ ਆਪਾਂ ਇਹਨੂੰ ਵਪਾਰਕ ਪੱਖ ਤੋਂ ਦੇਖੀਏ ਤੇ ਵਪਾਰਕ ਪੱਖ ਤੋਂ ਵੀ ਇੱਥੇ ਜਿਹੜੀ ਬੰਦਰਗਾਹ ਹੈ ਉੱਥੇ ਵਪਾਰ ਚੱਲਦਾ। ਤੇ ਜੇ ਆਪਾਂ ਆਬਾਦੀ ਦੀ ਗੱਲ ਕਰੀਏ ਤੇ ਉਹ ਕਿੰਨੀ ਕੁ ਹੋਗੀ ਬਾਟ ਸਾਹਿਬ ਦੱਸੋ। ਸੰਧਾਲੀਆ ਸਾਹਿਬ ਆਬਾਦੀ ਤਾਂ ਆਪਾਂ ਹਿਸਾਬ ਜਿਹਾ ਲਾ ਕੇ ਦੱਸਾਂਗੇ, ਕਿਉਂਕਿ 4 ਘੱਟ ਵੀ ਹੋ ਸਕਦੇ, 4 ਬੰਦੇ ਵੱਧ ਵੀ ਹੋ ਸਕਦੇ, ਲੱਖਾਂ ਦੀ ਗਿਣਤੀ 'ਚ ਲੋਕ ਰਹਿੰਦੇ ਆ। 40,000 ਦੇ ਆਸ-ਪਾਸ ਕਹਿੰਦੇ ਜੀ ਪੰਜਾਬੀਆਂ ਦੀ ਵਸੋਂ ਜਿਹੜੀ ਇੱਥੇ ਹੈਗੀ ਆ। ਪਰ ਆਹ ਦੇਖੋ ਤੁਸੀਂ, ਅਮਰੀਕਾ ਤੋਂ ਵੀ ਬਹੁਤ ਸਾਰੇ ਲੋਕ ਇੱਥੇ ਘੁੰਮਣ ਆਉਂਦੇ ਆ। ਕਰੂਜ਼ ਸ਼ਿਪ, ਉਹ ਸ਼ਿਪ ਜਾਣੀ ਜਿਹੜੇ ਸ਼ਿਪ ਦੇ ਵਿੱਚ ਸੈਂਕੜੇ ਬੰਦੇ ਜਿਹੜੇ ਵੈਸੇ ਹੀ ਘੁੰਮਣ ਫਿਰਨ ਦੇ ਸ਼ੌਕੀਨ ਜਾਂਦੇ ਆ, ਉਹ ਅਮਰੀਕਾ ਤੋਂ ਤੁਰਦੇ ਆ, ਇੱਥੇ ਆ ਕੇ ਲੱਗਦੇ ਆ। ਯੂਰਪ ਤੋਂ ਵੀ ਬਹੁਤ ਸਾਰੇ ਕਰੂਜ਼ ਸ਼ਿਪ ਆਉਂਦੇ ਆ, ਉਹ ਵੀ ਨੋਵਾ ਸਕੋਸ਼ੀਆ ਹੈਲੀਫੈਕਸ ਦੀ ਬੰਦਰਗਾਹ ਦੇ ਨਾਲ ਆ ਕੇ ਲੱਗਦੇ ਆ। ਤੇ ਫਿਰ ਕਈ ਦਿਨ ਇੱਥੋਂ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਦੇ ਆ ਲੋਕ। ਉਹਨਾਂ ਸ਼ਿਪਾਂ ਦੇ ਵਿੱਚ ਹੀ ਸਵਾਰ ਹੋ ਕੇ ਫਿਰ ਵਾਪਸੀ ਜਿਹੜੀ ਉਹ ਹੋ ਜਾਂਦੀ ਹੈ। ਤੇ ਇਸ ਵੇਲੇ ਅਸੀਂ ਸੀਟਾਡਲ ਹਿੱਲ ਦੇ ਕੋਲ ਆ। ਬੜੀ ਪੁਰਾਣੀ ਇਮਾਰਤ ਹੈ ਜੀ ਇੱਥੋਂ ਦੀ, ਤੇ ਇੱਥੇ ਅਜੇ ਵੀ ਪੁਰਾਤਨ ਜਿਹੜੀਆਂ ਰਵਾਇਤਾਂ ਨੇ, ਕਿਉਂਕਿ ਬ੍ਰਿਟੇਨ ਦੇ ਅਧੀਨ ਹੈ ਦੇਸ਼, ਅਜੇ ਤੱਕ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਜਿਹੜੀਆਂ ਚੱਲਦੀਆਂ। ਹੁਣ ਅਸੀਂ ਤਾਂ ਵੈਸੇ ਤਕਾਲਾਂ ਪੈ ਗਈਆਂ, ਲੇਟ ਹੋ ਗਿਆ ਥੋੜ੍ਹੇ ਜਿਹਾ। ਜੇ ਦਿਨ ਵੇਲੇ ਕਿਤੇ ਅਸੀਂ ਇੱਥੇ ਪਹੁੰਚ ਜਾਂਦੇ ਤਾਂ ਤੁਹਾਨੂੰ ਪੁਰਾਣੇ ਹੀ ਉਹੀ ਅੰਗਰੇਜ਼ਾਂ ਦੇ ਫੌਜੀ ਪਹਿਰਾਵੇ ਦੇ ਵਿੱਚ, ਪਹਿਰੇਦਾਰਾਂ ਦੇ ਪਹਿਰਾਵੇ ਦੇ ਵਿੱਚ ਜਿਹੜੇ ਉਹ ਜਵਾਨ ਸੀ ਉਹ ਦਿਖਾਉਣਾ ਹੀ ਤੁਹਾਨੂੰ। ਬਿਲਕੁਲ ਸਹੀ ਗੱਲ ਆ। ਬਾਕੀ ਇਹਦੇ ਨਾਲ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੀ ਇਹ ਜਿਹੜਾ ਸ਼ਹਿਰ ਹੈ ਜੀ, ਜੇ ਤੁਸੀਂ ਇਸ ਪਾਸੇ ਨੂੰ ਦੇਖੋ ਤਾਂ ਜਿਹੜੇ ਈਸਟ ਪ੍ਰੋਵਿੰਸਿਸ ਨੇ ਕੈਨੇਡਾ ਦੇ, ਉਹਦੇ ਵਿੱਚ ਜੇ ਵੱਡੀਆਂ ਸ਼ਹਿਰਾਂ ਦੀ ਆਪਾਂ ਗਿਣਤੀ ਕਰਾਂਗੇ ਤੇ ਉਹਨਾਂ ਵੱਡਿਆਂ ਸ਼ਹਿਰਾਂ ਦੇ ਵਿੱਚ ਹੈਲੀਫੈਕਸ ਦਾ ਨਾਮ ਵੀ ਆਉਂਦਾ। ਤੇ ਜੇ ਆਪਾਂ ਇਹ ਜ਼ਿਕਰ ਕਰ ਲਈਏ ਕਿ ਵੀ ਇਹ ਜਿਹੜਾ ਸ਼ਹਿਰ ਆ ਇਹ ਭੁਲੇਖਾ ਤੁਹਾਨੂੰ ਥੋੜਾ ਉਧਰ BC ਵੈਨਕੂਵਰ ਵਾਲੇ ਪਾਸੇ ਦਾ ਪਾਏਗਾ, ਤੇ ਜ਼ਰੂਰ ਪਾਏਗਾ। ਖੈਰ ਅਸੀਂ ਤਾਂ ਨਵੇਂ ਆਏ ਸੀ, ਪਰ ਸਾਡੇ ਨਾਲ ਬੰਦੇ 2 ਪੁਰਾਣੇ ਹੈਗੇ ਆ। ਅਮਨ ਭਾਈ ਦੀ ਗੱਲ ਕਰੀਏ ਜਾਂ ਨਿਤਨ ਚੋਪੜਾ ਸਾਹਿਬ, ਉਹਨਾਂ ਕੋਲ ਵੀ 2 ਦਹਾਕੇ 3 ਦਹਾਕੇ ਦਾ ਤਜਰਬਾ। ਉਹਨਾਂ ਦੇ ਅਕੋਰਡਿੰਗਲੀ ਜਿਹੜਾ ਪੁਰਾਣਾ ਉਦੋਂ ਵੈਨਕੂਵਰ ਦਾ ਦ੍ਰਿਸ਼ ਸੀਗਾ ਉਹ ਲਗਭਗ ਕੁਛ ਇਸ ਤਰ੍ਹਾਂ ਦਾ ਸੀ। ਤੇ ਇਹਦਾ ਮਤਲਬ ਇਹ ਹੋ ਗਿਆ ਬਾਟ ਸਾਹਿਬ ਕਿ 25-30 ਸਾਲ ਬਾਅਦ ਇਹ ਵੀ ਵੈਨਕੂਵਰ ਬਣ ਜੂ। ਸਿਰਫ ਆਬਾਦੀ ਵਧਣ ਦੀ ਗੱਲ ਹੈ ਜੀ। ਹੁਣ ਲੋਕ ਆ ਰਹੇ ਨੇ ਕਿਉਂਕਿ ਥੋੜੀ ਜਿਹੀ ਇੱਕ ਤਾਂ ਇਮੀਗ੍ਰੇਸ਼ਨ ਦਾ ਕੰਮ ਸੁਖਾਲਾ, ਦੂਸਰਾ ਕੰਮ ਧੰਦੇ ਵੀ ਹੈਗੇ ਆ, ਲੰਗਰ ਪਾਣੀ ਪ੍ਰਸ਼ਾਦਾ ਛਕਣਾ ਥੋੜਾ ਜਿਹਾ ਸੁਖਾਲਾ। ਮਹਿੰਗਾਈ ਥੋੜੀ ਜੀ ਵੈਨਕੂਵਰ ਟੋਰਾਂਟੋ ਦੇ ਮੁਕਾਬਲੇ ਘੱਟ ਹੈ। ਹੁਣ ਤਾਂ ਸਗੋਂ ਇੰਟਰਨੈਸ਼ਨਲ ਫਲਾਈਟਾਂ ਵੀ ਯੂਰਪ ਵਾਲੇ ਪਾਸੇ ਨੂੰ ਜਾਂਦੀਆਂ। ਤੇ ਸੰਧਾਲੀਆ ਸਾਹਿਬ ਇੱਕ ਗੱਲ ਹੋਰ, ਥੋੜਾ ਜਿਹਾ ਆਪਾਂ ਵੀ ਨਾ ਹਿੰਮਤ ਕਰਿਆ ਕਰੀਏ। ਆਪਾਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਜਾ ਰਹੇ ਨੇ, ਵਰਜਿਸ਼ ਕਰਦੇ ਆ, ਦੌੜ ਲਾਈ ਜਾਂਦੇ ਆ, ਸਵੇਰਾ ਦੁਪਹਿਰਾ ਟਿਕਾਣਾ ਨਹੀਂ ਦੇਖਦੇ, ਸਰੀਰ ਬਣਾਉਂਦੇ ਆ ਜੀ। ਤੁਹਾਡਾ ਤੇ ਮੇਰਾ ਥੋੜਾ ਜਿਹਾ ਔਖਾ ਨਹੀਂ, ਸਰੀਰ ਹੁਣ ਆਪਣਾ ਜਿੰਨਾ ਕੁ ਬਣਨਾ ਸੀ ਬਣ ਹਟਿਆ। ਮੈਨੂੰ ਲੱਗਦਾ ਹੁਣ ਗਾਂ ਤੇ ਸਰੀਰ ਬਣਨਾ ਘੱਟ ਹੈ, ਖੁਰਨਾ ਹੁਣ ਤੇ ਖੁਰਨਾ। ਇਹਦੇ ਤੇ ਵੀ ਹੁਣ 2 ਉਦਾਹਰਨਾਂ ਨੇ। ਜੇ ਤੇ ਆਪਾਂ ਖੋਰਨਾ ਇੰਡੀਆ ਦੇ ਹਿਸਾਬ ਨਾਲ ਤੇ ਫਿਰ ਛੇਤੀ ਖੁਰਜੂ ਜੀ, ਤੇ ਜੇ ਆਪਾਂ ਇੱਧਰ ਵਾਲੇ ਲੋਕਾਂ ਦੇ ਹਿਸਾਬ ਨਾਲ ਦੇਖਣਾ ਵੀ ਭਾਵੇਂ ਇਮਾਰਤਾਂ ਹੋਣ ਉਹ ਸਦੀਆਂ ਬੱਧੀ ਉਹਨਾਂ ਨੂੰ ਸਾਂਭ ਛੱਡਦੇ ਆ, ਜੇ ਉਹਨਾਂ ਦੇ ਸਰੀਰ ਹੋਣ ਦੇ ਭਾਵੇਂ ਆਪਾਂ ਦੇਖੇ ਕਿੰਨੇ ਬਜ਼ੁਰਗ ਸੀ ਉਹ ਸਟਿਲ ਨੌਕਰੀ ਕਰਦੇ ਆ, ਜੌਬ ਕਰਦੇ ਆ। ਬਿਲਕੁਲ ਠੀਕ ਹੈ, ਜਿਮ ਜਾਂਦੇ ਆ। ਸੋ ਅਸੀਂ 1-2 ਨਾਲ ਗੱਲ ਵੀ ਕੀਤੀ ਜੀ, ਉਹਨਾਂ ਦੇ ਚਿਹਰੇ ਤੇ ਫੁੱਲ ਰੌਣਕ, ਫੁੱਲ ਖੇੜਾ। ਉਹਨਾਂ ਦੇ ਮਨ ਤੇ ਕੋਈ ਇਹੋ ਜਿਹੀ ਉਹ ਨਹੀਂ ਵੀ ਹਾਂ ਨਿਆਣਾ ਉਧਰ ਚਲ ਗਿਆ ਤੇ ਹੁਣ ਮੈਂ ਇਕੱਲੀ ਆ ਤੇ ਜਾਂ ਮੈਂ ਇਕੱਲਾ ਰਹਿ ਗਿਆ ਤੇ ਹੁਣ ਮੈਂ ਕਰਾਂ ਕੀ। ਉਹ ਚਾਹੇ ਕੋਈ ਬਜ਼ੁਰਗ ਮਾਤਾ ਸੀ, ਬਜ਼ੁਰਗ ਬਾਪੂ ਸੀ, ਉਹ ਉਹਨਾਂ ਨੂੰ ਪਤਾ ਵੀ ਸਾਡੀ ਜ਼ਿੰਦਗੀ ਵਧੀਆ ਸੋਹਣੀ ਲੰਘੀ, ਕੰਮ ਕਰਨਾ, ਮौज ਕਰਨੀ। ਸੰਧਾਲੀਆ ਸਾਹਿਬ ਦੇਖੋ, ਪੁਰਾਣੀਆਂ ਇਮਾਰਤਾਂ ਲੱਗਦੀਆਂ ਛੋਟੀਆਂ ਜਿਹੜੀਆਂ ਬਹੁਤ ਚਿਰਾਂ ਦੀਆਂ ਬਣੀਆਂ, ਕਿਸੇ ਵੇਲੇ ਇਹਨਾਂ ਦੀ ਪੂਰੀ ਟੌਰ ਹੋਣੀ ਆ ਜਿੱਦਾਂ ਤੁਹਾਡੀ ਜਵਾਨੀ 'ਚ ਹੁੰਦੀ ਸੀ। ਨਹੀਂ ਇਹ ਤੇ ਗੱਲ ਹੈਗੀ ਆ, ਅਜੇ ਵੀ ਹੈਗੀ ਆ, ਮੈਂ ਤਾਂ ਅਜੇ ਵੀ ਮੰਨਦਾ। ਕੈਨੇਡਾ ਨੂੰ ਸਾਂਭ ਕੇ ਰੱਖਿਆ ਵੀਰ ਜੀ। ਅੱਛਾ, ਥੋੜਾ ਜਿਹਾ ਜੇ ਤੁਸੀਂ ਮੇਰਾ ਖਿਆਲ ਸਾਡੇ ਵੀਰ ਸੰਜੋਤ ਹੋਰੀ ਜੇ ਹਲਕਾ ਜਿਹਾ ਜ਼ੂਮ ਕਰ ਦੇਣ ਤੇ ਸ਼ਾਇਦ ਤੁਸੀਂ ਮੀਨਾਕਾਰੀ ਨਾਲ ਪੁਰਾਣੀਆਂ ਇਮਾਰਤਾਂ ਦੀ ਵੇਖ ਸਕੋ। ਇੱਥੇ ਆਪਾਂ ਮਿੰਟ ਕੁ ਰੋਕਦੇ ਹਾਂ ਤੇ ਆਹ ਦੇਖੋ ਜਰਾ ਬਾਟ ਸਾਹਿਬ, ਹਾਂਜੀ ਥੋੜਾ ਨੇੜਿਓਂ ਵੀ ਤਕਾਈਏ ਮੈਂ ਕਿਹਾ ਬਿਲਡਿੰਗਾਂ ਤੁਸੀਂ ਆਹ ਦੇਖੋ। ਨਹੀਂ, ਬਹੁਤ ਜ਼ਰੂਰੀ ਹੈ। ਜਿੱਥੇ ਇੱਕ ਪਾਸੇ ਵੱਡੀਆਂ ਗਗਨਚੁੰਬੀ ਇਮਾਰਤਾਂ ਨੇ, ਉੱਥੇ ਪੁਰਾਣੀਆਂ ਇਮਾਰਤਾਂ ਦੀ ਜਿਹੜੀ ਸ਼ਾਨ ਆਪਣੀ ਆ, ਵੱਖਰੀ ਹੈ ਜੀ। ਬਿਲਕੁਲ ਸਹੀ ਗੱਲ। ਇਹਦੇ ਨਾਲ ਹੀ ਆ ਤੁਸੀਂ ਖੱਬੇ ਹੱਥ ਵਾਲੀ ਬਿਲਡਿੰਗ ਵੇਖੋ, ਆਹ ਦੇਖੋ।
ਇਹੋ ਜਿਹਾ ਡਿਜ਼ਾਈਨ, ਇਹੋ ਜਿਹਾ ਕਹਿ ਲਓ ਕਿ ਵੀ ਪੁਰਾਤਨ ਸਾਰਾ ਕੁਝ ਜੀ ਉਹ ਆਪਾਂ ਨੂੰ ਆਪਣੇ ਪੁਰਾਣੇ ਜਿਹੜੇ ਸ਼ਹਿਰ ਸੀਗੇ ਇੰਡੀਆ 'ਚ ਵੀ, ਜੀ ਉਹਨਾਂ 'ਚ ਵੀ ਕਈ ਵਾਰ ਨਜ਼ਰ ਆ ਜਾਂਦਾ। ਆ ਦੇਖੋ ਸੰਧਾਲੀਆ ਸਾਹਿਬ, ਭਾਵੇਂ ਕਿ ਆ ਹੁਣ ਆ ਬਹੁਤ ਉੱਚੀ ਇਮਾਰਤ ਲਾਗੇ ਸ਼ੀਸ਼ੇ ਦੀ ਬਣ ਗਈ ਹੈ, ਹਾਂ ਪਰ ਜੋ ਇਹ ਪੁਰਾਣੀ ਇਮਾਰਤ ਦੀ ਗ੍ਰੇਸ ਆ ਨਾ, ਆਏ ਹਾਏ 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 ਹਾਏ, ਹਾਂ। ਉਹ ਵੱਖਰੀ ਆ। ਨਹੀਂ ਬਿਲਕੁਲ ਵੱਖਰੀ ਆਪਾਂ ਤੁਹਾਡਾ ਅੱਜ ਵੀ ਸਤਿਕਾਰ ਕਰਦੇ ਆ। ਨਹੀਂ ਕਰਨਾ ਪੈਣਾ। ਹਾਂਜੀ। ਇਹ ਵੈਸੇ ਜਿੱਦਾਂ 2 ਬਿਲਡਿੰਗਾਂ ਉਹਨਾਂ ਨੇ ਵਿਖਾਈਆਂ, ਨਾਲੋਂ ਨਾਲ ਕੋਈ ਬਹੁਤਾ ਫਰਕ ਹੈ ਨਹੀਂ, ਐਵੇਂ ਤੁਹਾਡਾ ਹੁਣ ਵਹਿਮ ਹੀ ਆ ਹੈ ਨਾ। ਹਾਂ ਨਹੀਂ ਠੀਕ ਕਿਉਂਕਿ ਹੈ ਜੀ। ਚਲੋ ਅੱਛਾ ਗੱਲ ਇਹ ਆ ਕਿ ਵੀ ਆਪਾਂ ਇੱਕ ਨਾ ਫਿਰ ਦੁਬਾਰਾ ਆਈਏ ਵੀ ਇਹ ਸ਼ਹਿਰ ਨੂੰ ਇਸ ਤਰੀਕੇ ਨਾਲ ਤੁਹਾਨੂੰ ਉੱਪਰ ਚੜ੍ਹ ਕੇ ਦੂਰ ਤੱਕ ਵਿਖਾਉਣਾ, ਉਹਦੇ ਪਿੱਛੇ ਕਾਰਨ ਇਹੀ ਸੀਗਾ ਕਿ ਬਹੁਤ ਸਾਰੇ ਲੋਕਾਂ ਨੂੰ ਹੈਲੀਫੈਕਸ ਬੜਾ ਛੋਟਾ ਜਿਹਾ ਟਾਊਨ ਲੱਗਦਾ ਹੋ ਸਕਦਾ, ਜਦ ਕਿ ਇਹੋ ਜੀ ਗੱਲ ਨਹੀਂ ਹੈ। ਇੱਕ ਬੜਾ ਵੱਡਾ ਸ਼ਹਿਰ ਹੈ ਜੀ, ਘੁੱਗ ਵਸਦਾ ਸ਼ਹਿਰ ਆ। ਸੋ ਇਹ ਹੈ ਉਹ ਸ਼ਹਿਰ। ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਜਾਈਏ ਤਾਂ ਵਾਹਵਾ ਟਾਈਮ ਲੱਗਦਾ, ਇਹ ਨਹੀਂ ਕਿ 10 ਮਿੰਟਾਂ ਦੇ ਵਿੱਚ 4 ਗਲੀਆਂ ਨੇ, ਕਿਉਂਕਿ ਅਸੀਂ ਜਦੋਂ ਨਕਸ਼ਾ ਦੇਖਦੇ ਹਾਂ ਤਾਂ ਸਾਨੂੰ ਹਿਸਾਬ ਕਿਤਾਬ ਹੀ ਨਹੀਂ ਆਉਂਦਾ। ਜਾਨੀ ਇੱਕ ਪਾਸਿਓਂ ਆਪਾਂ ਬੜੇ ਆ, ਮੈਨੂੰ ਲੱਗਦਾ ਅੱਧਾ ਪੌਣਾ 40 45 50 ਮਿੰਟ ਕਾਰ ਚਲਾ ਲਈ, ਅਜੇ ਮੁੱਕਿਆ ਨਹੀਂ ਮੁੱਕਿਆ ਜੀ। ਸੋ ਕਾਫੀ ਹੈ। ਸੋ ਇੱਕ ਗੱਲ ਤੇ ਇਹ ਆ ਕਿ ਵੀ ਜੇ ਆਪਾਂ ਆਬਾਦੀ ਪੱਖੋਂ ਕਹੀਏ ਉਹ ਵੀ ਠੀਕ ਆ, ਇਮਾਰਤਾਂ ਪੱਖੋਂ ਵੀ ਠੀਕ ਆ, ਕੰਮਕਾਰ ਪੱਖੋਂ ਵੀ ਠੀਕ ਆ, ਮੌਸਮ ਪੱਖੋਂ ਵੀ ਠੀਕ ਆ, ਕਿਉਂਕਿ ਬਰਫ਼ ਕਹਿੰਦੇ ਆ ਵੀ ਸ਼ਾਇਦ ਇੱਥੇ ਜਨਵਰੀ ਮਹੀਨੇ 'ਚ ਜਾ ਕੇ ਪੈਂਦੀ ਆ ਜੀ। ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਹੁਣ ਆਪਾਂ ਨਾਲ ਹੀ ਸੀਟਾਡਲ ਜਿਹੜੀ ਹਿੱਲ ਹੈ ਉਹਦੇ ਉੱਪਰ ਜਾ ਕੇ ਫਿਰ ਆਪਾਂ ਨਾਲ ਹੀ ਜਾ ਕੇ ਫਿਰ ਦਿਖਾਉਂਦੇ ਆ ਕਿ ਭਾਈ ਉੱਪਰੋਂ ਉਹ ਕਿੱਦਾਂ ਦੀ ਹੈ। ਬਿਲਕੁਲ ਸਹੀ, ਠੀਕ ਹੈ ਜੀ। ਲਓ ਜੀ, ਅਸੀਂ ਸੀਟਾਡੇਲ ਹਿੱਲ ਦੇ ਉੱਤੇ ਆ ਕੇ ਖੜੇ ਹਾਂ, ਜਾਣੀ ਕਿ ਇਹ ਹੈਲੀਫੈਕਸ ਦੇ ਵਿੱਚ ਗੁਰਪ੍ਰੀਤ ਭਾਜੀ ਸਮੁੰਦਰ ਦੇ ਬਿਲਕੁਲ ਕੰਢੇ ਤੇ ਹੈ। ਤੇ ਮੈਂ ਜਿਹੜਾ ਇਤਿਹਾਸ ਪਿੱਛੇ ਪੜ੍ਹ ਕੇ ਆਇਆ ਉਹਦੇ ਵਿੱਚ ਲਿਖਿਆ ਕਿ 1856 ਦੇ ਵਿੱਚ ਇਹਦਾ ਨਿਰਮਾਣ ਹੋਇਆ ਸੀ। ਜਾਣੀ ਤੁਸੀਂ ਦੇਖ ਲਓ 1.5 ਸਦੀ ਤੋਂ ਉੱਪਰ ਹੋ ਗਿਆ। ਤੇ ਬ੍ਰਿਟਿਸ਼ ਲੋਕ ਜਿਹੜੇ ਸੀ, ਜਾਂ ਬ੍ਰਿਟਿਸ਼ ਆਰਮੀ ਕਹਿ ਲਓ ਜਾਂ ਬ੍ਰਿਟਿਸ਼ ਅੰਪਾਇਰ, ਉਹਨਾਂ ਨੇ ਇਸ ਕਰਕੇ ਇਹਦਾ ਨਿਰਮਾਣ ਕਿਲੇ ਜਿਹਾ ਦਾ ਕੀਤਾ ਸੀ। ਤੋਪਾਂ ਇੱਥੇ ਬੀੜੀਆਂ ਸੀ ਕਿ ਕੋਈ ਵੀ ਜ਼ਮੀਨੀ ਅਟੈਕ ਹੋਵੇ ਜਾਂ ਇਸ ਕੋਸਟਲ ਏਰੀਏ ਨੂੰ, ਸਮੁੰਦਰੀ ਕਿਨਾਰੇ ਨੂੰ ਜਿਹੜਾ ਉਹ ਕਿਸੇ ਹੋਰ ਦੇ ਕਬਜ਼ੇ 'ਚ ਜਾਣ ਤੋਂ ਰੋਕਣ ਦੇ ਲਈ। ਤਾਂ ਤੁਸੀਂ ਦੇਖੋ ਅੱਜ ਵੀ ਕੰਮ ਖਲੋਤਾ ਹੈ। ਖਲੋਤਾ। ਹੁਣ ਤੁਸੀਂ ਦੇਖੋ ਕਿ ਅਸੀਂ ਅੰਦਰ ਜਾਣਾ ਚਾਹੁੰਦੇ ਸੀ, ਪਰ ਮੁਸ਼ਕਿਲ ਇਹ ਹੈ ਕਿ ਵੀ ਵੈਸੇ ਤੇ ਜਾ ਸਕਦੇ ਆ। ਦੇਖੋ ਦਰਵਾਜ਼ਾ ਉਹਨਾਂ ਨੇ ਬੰਦ ਕਰ ਦਿੱਤਾ 9 ਤੋਂ 5 ਵਜੇ ਤੱਕ। 9 ਤੋਂ 5। ਇੱਕ ਤਾਂ ਅਸੀਂ ਲੇਟ ਹੋ ਗਏ, ਦੂਸਰਾ ਜੇ ਅਸੀਂ ਸ਼ਾਇਦ ਬਾਹਰ ਤੱਕ ਵੀ ਜਾ ਸਕਦੇ ਸੀ, ਪਰ ਅੱਜ ਅੰਦਰ ਕੋਈ ਸ਼ਾਇਦ ਵੈਡਿੰਗ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਚਾਹੇ ਉਹ ਸਰਕਾਰੀ ਮੋਨੂਮੈਂਟ ਹੈ, ਬਹੁਤ ਪੁਰਾਣਾ ਇਤਿਹਾਸਕ, ਇਹਦੇ ਨਾਲ ਲੋਕ ਉਹਦੇ ਲਈ ਵੀ ਪੇ ਕਰਨਾ ਚਾਹੁੰਦੇ ਹੋਣਗੇ ਵੀ ਯਾਰ ਉਸ ਇਤਿਹਾਸਕ ਜਗ੍ਹਾ ਤੇ ਸਾਡਾ ਵਿਆਹ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਸੋ ਜੇ ਪੈਸੇ ਕਮਾਉਣੇ ਨੇ ਕਿਸੇ ਸਰਕਾਰ ਨੇ ਤੇ ਜਿਹੜੀਆਂ ਚੀਜ਼ਾਂ ਪੁਰਾਣੀਆਂ ਬਣੀਆਂ ਨੇ ਉਹਨਾਂ ਨੂੰ ਸੰਭਾਲ ਕੇ ਉਹਨਾਂ ਨੂੰ ਇਸ ਤਰੀਕੇ ਵੀ ਵਰਤਿਆ ਜਾ ਸਕਦਾ। ਇੱਕ ਨਾ ਸੰਧਾਲੀਆ ਸਾਹਿਬ, ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਵੀ ਯਾਰ ਆਹ ਕਾਹਦਾ ਕਿਲਾ ਆ, ਪਰ ਜੇ ਥੋੜਾ ਜਿਹਾ ਕੈਮਰਾ ਤੁਸੀਂ ਥੱਲੇ ਨੂੰ ਮਾਰਦੇ ਹੋ ਤਾਂ ਜਿਹੜਾ ਜ਼ਮੀਨੀ ਸਤਰ ਆ, ਜਾਨੀ ਉਹ ਬਹੁਤ ਜ਼ਮੀਨ ਦਾ ਪੱਧਰ ਬਹੁਤ ਥੱਲੇ ਆ। ਸਮੁੰਦਰ ਦੇਖੋ ਕਿੰਨਾ ਨੀਵਾਂ ਆ, ਜਾਨੀ ਉਹਦੇ ਤੋਂ ਤਾਂ ਇਹ ਮੈਨੂੰ ਲੱਗਦਾ 100 ਫੁੱਟ 200 ਫੁੱਟ ਵੀ ਉੱਪਰ ਹੋ ਸਕਦਾ ਹੋਵੇ। ਆ ਮੋਟਾ ਅੰਦਾਜ਼ਾ ਲਾ ਲਈਏ ਆਪਾਂ। ਮੇਰਾ ਖਿਆਲ ਹੈ ਕਿ ਜਿਹੜੀਆਂ ਸਾਹਮਣੇ ਬਿਲਡਿੰਗ ਨਜ਼ਰ ਆਉਂਦੀਆਂ ਪਈਆਂ ਨੇ, ਇਹਦੀ 8ਵੀਂ 9ਵੀਂ ਮੰਜ਼ਿਲ ਦੇ ਬਰਾਬਰ ਆ। ਇੱਕ ਚੀਜ਼ ਹੋਰ ਦਿਖਾ ਦਈਏ ਕਿ ਕਿਲਿਆਂ ਦਾ ਸਟਰਕਚਰ ਜਿਹੜਾ ਸੰਧਾਲੀਆ ਸਾਹਿਬ, ਉਹ ਹਮੇਸ਼ਾ ਪਹਿਲਾਂ ਵਰਗਾ ਹੀ ਇੱਕੋ ਜਿਹਾ ਹੀ ਹੁੰਦਾ। ਆਪਾਂ ਲਾਲ ਕਿਲਾ ਜਿਹੜਾ ਦਿੱਲੀ ਵਾਲਾ ਜਦੋਂ ਦੇਖਦੇ ਆ, ਉਹਦੀਆਂ ਵੀ ਵੱਡੀਆਂ ਕੰਧਾਂ ਦੇ ਨਾਲ ਪਾਣੀ ਛੱਡਣ ਦੇ ਲਈ ਇੱਕ ਨਹਿਰ ਜੀ ਬਣਾ ਦਿੰਦੇ ਆ ਕਿ ਭਾਈ ਜੇ ਕਿਸੇ ਦੁਸ਼ਮਣ ਨੇ ਹਮਲਾ ਕਰ ਦਿੱਤਾ ਤਾਂ ਆਪਾਂ ਇਹਦੇ ਵਿੱਚ ਪਾਣੀ ਛੱਡ ਦੇਣਾ। ਇਸ ਕਿਲੇ ਦਾ ਸਟਰਕਚਰ ਵੀ ਬਿਲਕੁਲ ਉਸੇ ਤਰੀਕੇ ਦਾ ਹੀ ਹੈ। ਤੇ ਇਧਰਲੇ ਪਾਸੇ ਆ ਸੰਧਾਲੀਆ ਸਾਹਿਬ, ਚਲੋ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਜੇ ਕੋਈ ਹੋਰ ਜਦੋਂ ਹੈਲੀਫੈਕਸ ਆਵੇ, ਇਧਰਲੇ ਪਾਸੇ ਤੁਸੀਂ ਹੋ ਜਾਓ, ਇਧਰਲੇ ਪਾਸੇ ਮੈਂ ਹੋਣਾ। ਸਰ ਇਦਾਂ ਨਹੀਂ, ਡੰਡੇ ਜੇ ਆਪਣੇ ਕੋਲ ਹੁੰਦੇ ਤਾਂ ਆਪਾਂ ਐਂ ਕਰ ਦੇਣੇ ਜੇ ਲੰਘਣ ਲੱਗਿਆ ਦੇ ਮੋਹਰੇ ਦੋਨਾਂ ਦੇ। ਜੇ ਤੁਸੀਂ ਆਉਣਾ ਕਿਤੇ ਸੀਟਾਡੇਲ ਹਿੱਲ ਤਾਂ ਤੁਸੀਂ ਸਵੇਰੇ 9 ਵਜੇ ਤੋਂ 5 ਵਜੇ ਸ਼ਾਮ ਤੋਂ ਪਹਿਲਾਂ 3 ਵਜੇ ਤੱਕ ਆ ਜਾਓ, 2 ਘੰਟੇ ਘੁੰਮ ਕੇ ਦੇਖੋ। ਮਤਲਬ ਦੁਪਹਿਰ ਵਾਲਾ ਲੰਚ ਤੁਸੀਂ ਇਹਦੇ ਆਸੇ-ਪਾਸੇ ਕਰ ਲਿਓ ਕਿਤੇ। ਆ ਵੀ ਚੰਗਾ ਹੋਇਆ, ਮੈਨੂੰ ਪਤਾ ਲੱਗ ਗਿਆ ਲੰਚ ਦੁਪਹਿਰ ਨੂੰ ਹੁੰਦਾ ਜੀ। ਨਹੀਂ ਅਸੀਂ ਤੇ ਸਵੇਰੇ ਵੀ ਕਰੀਦਾ, ਦੁਪਹਿਰੇ ਵੀ ਕਰੀਦਾ ਤੇ ਸ਼ਾਮ ਨੂੰ ਵੀ ਲੰਚ ਕਰੀਦਾ। 3 ਟਾਈਮ ਲੰਚ ਕਰੀਦਾ ਵੀਰ ਜੀ। ਠੀਕ ਹੈ ਜੀ। ਚੱਲਦੇ ਆ। ਲਓ ਜੀ, ਇਸ ਵਕਤ ਹੈਲੀਫੈਕਸ ਪੋਰਟ ਦੇ ਨਾਲ ਯਾਨੀ ਕਿ ਸਮੁੰਦਰ ਦੇ ਕੰਢੇ ਤੇ ਅਸੀਂ ਖੜੇ ਹਾਂ ਤੇ ਤੁਹਾਨੂੰ ਸਾਹਮਣੇ ਸਮੁੰਦਰ ਦੇ ਬਿਲਕੁਲ ਵਿਚਾਲੇ ਇੱਕ ਛੋਟਾ ਜਿਹਾ ਆਈਲੈਂਡ ਟਾਈਪ ਨਜ਼ਰ ਆਉਂਦਾ ਹੋਊਗਾ। ਇਹਦਾ ਨਾਂ ਜਾਰਜ ਆਈਲੈਂਡ ਆ। ਤੇ ਇੱਥੇ ਕਹਿੰਦੇ ਆ ਕਿ ਵੀ ਜੰਗੀ ਕੈਦੀ ਜਿਹੜੇ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ। ਕਿਉਂ ਬਾਟ ਸਾਹਿਬ? ਇਦਾਂ ਹੀ ਆ ਜੀ। ਫ੍ਰੈਂਚ ਜਿਹੜੇ ਫਰਾਂਸ ਦੇ ਕੈਦੀ ਜਾਨੀ ਕਿ ਫੌਜੀ ਫੜੇ ਗਏ ਸੀ ਉਸ ਜੰਗ ਦੇ ਵਿੱਚ, ਉਹਨਾਂ ਨੂੰ ਇਸ ਆਈਲੈਂਡ ਦੇ ਵਿੱਚ ਰੱਖਿਆ ਗਿਆ ਸੀ। ਤੇ ਆਈਲੈਂਡ ਵੈਸੇ ਸਾਰੇ ਜਾਣਦੇ ਆ, ਉਹ ਧਰਤੀ
ਜਿਹੜੀ ਸਮੁੰਦਰ ਦੇ ਨਾਲ ਚਾਰੇ ਪਾਸੇ ਤੋਂ ਘਿਰੀ ਆ। ਤੇ ਸੰਧਾਲੀਆ ਸਾਹਿਬ ਜੇਲ੍ਹਾਂ ਉਦੋਂ ਇਸ ਕਰਕੇ ਆਈਲੈਂਡ ਬਣਾਈਆਂ ਜਾਂਦੀਆਂ ਸੀ ਕਿ ਭੱਜ ਨਾ ਸਕੇ ਕੋਈ, ਭੱਜੂਗਾ ਤਾਂ ਬੰਦਾ ਡੁੱਬੂਗਾ ਨਾ, ਸਿਕਿਉਰਿਟੀ ਘੱਟ ਰੱਖਣੀ ਪੈਂਦੀ ਆ। ਮਤਲਬ ਤੁਸੀਂ ਇਹ ਦੇਖੋ ਕਿ ਕਦੀ ਇਸ ਏਰੀਏ ਦੇ ਉੱਪਰ ਹੋ ਸਕਦਾ ਵੀ ਅਗਲਿਆਂ ਨੂੰ ਇਸ ਕਰਕੇ ਛੱਡ ਕੇ ਜਾਂਦੇ ਹੁਣ ਵੀ ਇੱਥੇ ਵੀ ਵਾਰ-ਵੂਰ ਵਾਲੇ ਬੰਦੇ ਤੇ ਹੋਰ ਇਸ ਤਰ੍ਹਾਂ ਦੇ ਲੋਕਾਂ ਨੂੰ ਛੱਡ ਕੇ ਜਾਣਾ, ਤੇ ਜਿਹਨੂੰ ਇੱਥੇ ਜੇਲ੍ਹ ਹੁੰਦੀ ਹੋਣੀ ਅਗਲਾ ਆਂਦਾ ਨਾ ਯਾਰ ਕਿੱਥੇ ਫਸ ਗਿਆ। ਤੇ ਅੱਜ ਲੋਕ ਚੱਲ ਕੇ ਇਸ ਜਗ੍ਹਾ ਤੇ ਆਉਂਦੇ ਨੇ, ਉਹਦੇ ਪਿੱਛੇ ਕਾਰਨ ਇਹ ਆ ਵੀ ਇਹ ਹੁਣ ਡਾਊਨਟਾਊਨ ਦਾ ਏਰੀਆ ਹੈ, ਇੱਥੇ ਹੁਣ ਲੋਕ ਸ਼ਾਮ ਨੂੰ ਘੁੰਮਣ ਫਿਰਨ ਆਉਂਦੇ ਨੇ, ਆਪਣਾ ਫੰਕਸ਼ਨ ਕਰਨ ਆਉਂਦੇ ਨੇ। ਤੇ ਸਾਨੂੰ ਵੀ ਇੱਥੋਂ ਜਿੱਦਾਂ ਦੱਸਿਆ ਗਿਆ ਕਿ ਤੁਸੀਂ ਇਹਨੂੰ ਜ਼ਰੂਰ ਦੇਖਿਓ। ਸੰਧਾਲੀਆ ਸਾਹਿਬ ਕਦੇ ਸਕੂਟਰ ਸਕਾਟਰ ਜਿਹਾ ਆਪਾਂ ਨੂੰ ਵੀ ਚਲਾਉਣੇ ਆਉਣਗੇ? ਧੂਈ ਫਿਰਦੇ ਆ ਹੁਣ ਇੱਥੇ, ਕਿਹੜਾ ਵੀ ਲੱਤ ਲਾ ਕੇ ਰੋਕ ਲੈਣੀ ਜੇ ਡਿੱਗਣ ਲੱਗ ਪਿਆ ਤਾਂ? ਨਹੀਂ ਵੇਖੋ, ਸਕੂਟਰ ਆਪਾਂ ਚਲਾਉਣ ਨੂੰ ਚਲਾ ਲੈਂਦੇ, ਹਾਂਜੀ, ਪਰ ਉਹ ਚਲਾਉਣ ਤੋਂ ਪਹਿਲਾਂ ਆਪਾਂ ਨੂੰ ਤਰਨਾ ਵੀ ਆਉਣਾ ਚਾਹੀਦਾ ਨਾ। ਨਹੀਂ, ਤਰਨਾ ਆਉਣ ਲਈ ਆਪਾਂ ਨੂੰ ਦੇਹ ਹਿਲਾਉਣੀ ਪਊਗੀ, ਦੇਹ ਨੂੰ ਕਸ਼ਟ ਦੇਣਾ ਪਊਗਾ। ਦਾਸ ਨੂੰ ਆਉਂਦਾ ਤਰਨਾ, ਮੈਂ ਤੁਹਾਡੀ ਗੱਲ ਕਰਦਾ। ਆ ਲਾਓ ਫਿਰ, ਉਹ ਮੇਰਾ ਭਰਾ। ਨਹੀਂ ਅੱਛਾ, ਨਵੇੜ ਲਾਓ, ਮੈਨੂੰ ਤੇ ਕੋਈ ਰੌਲਾ ਨਹੀਂ ਹੈਗਾ। ਪਾਣੀ ਹਲੀ ਥੋੜਾ ਜ਼ਿਆਦਾ ਠੰਡਾ, ਛਾਲ ਮਾਰਨ ਦਾ ਤੇ ਕੋਈ ਰੌਲਾ ਨਹੀਂ। ਯਾਨੀ ਪਾਣੀ ਠੰਡੇ ਦਾ ਵੀ ਰੌਲਾ ਹੁੰਦਾ? ਉਹ ਯਾਰ ਮੈਨੂੰ ਇਹਦਾ ਵੀ ਬੰਦਾ ਤਰਨਾ ਤੇ ਆਉਂਦਾ ਹੋਊਗਾ, ਪਰ ਜੇ ਵਿੱਚੇ ਜਾਮ ਹੀ ਹੋ ਗਿਆ ਫਿਰ ਕਰਾਂਗੇ ਕੀ? ਲਓ, ਵੈਸੇ ਖੂਬਸੂਰਤ ਹੈ ਜੀ ਇਲਾਕਾ ਹੈਲੀਫੈਕਸ ਦਾ। ਇਹ ਜਾਨੀ ਇੱਥੋਂ ਗਾਂ ਸਮੁੰਦਰ ਜਿਹੜਾ ਉਹ ਸ਼ੁਰੂ ਹੋ ਗਿਆ, ਸਮਝ ਲਓ। ਮਤਲਬ ਇੱਕ ਗੱਲ ਤੇ ਹੈਗੀ ਆ ਕਿ ਵੀ ਇੱਥੇ ਹਿਸਟਰੀ ਨੂੰ ਉਹਨਾਂ ਨੇ ਮਾਡਰਨ ਲਾਈਫ ਦੇ ਨਾਲ ਜੋੜ ਕੇ ਰੱਖਿਆ ਜੀ। ਹੁਣ ਜੇ ਇਸ ਪਾਸੇ ਝਾਤੀ ਮਾਰਨਗੇ ਆਪਣੇ ਸੰਜੋਤ ਜੀ, ਹੌਲੀ ਹੌਲੀ ਪਿੱਛੇ ਜਾਣਗੇ, ਆਪਾਂ ਇੱਥੇ ਖੜਦੇ ਆਂ ਜੀ। ਤੇ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਪਰ ਲਿਖਿਆ ਹੋਇਆ ਦ ਲਾਸਟ ਸਟੈਪ ਜੀ। ਹੁਣ ਇਹ ਬੇਸਿਕਲੀ ਤੇ ਕੁਝ ਲੋਕ ਸਮਝਦੇ ਆ ਕਿ ਵੀ ਇਹ ਇਧਰੋਂ ਇਧਰ ਨੂੰ ਹੈ, ਕੁਝ ਲੋਕ ਸਮਝਦੇ ਇਧਰੋਂ ਇਧਰ ਨੂੰ ਹੈ, ਪਰ ਜੇ ਤੁਸੀਂ ਇਹਦੇ ਨਿਸ਼ਾਨਾਂ ਦੇ ਹਿਸਾਬ ਨਾਲ ਦੇਖੋ ਤੇ ਇਹ ਇਧਰੋਂ ਇਧਰ ਨੂੰ ਦਿਖਾਇਆ ਗਿਆ। ਬਿਲਕੁਲ ਠੀਕ ਹੈ। ਅਸਲ ਦੇ ਵਿੱਚ ਕਹਾਣੀ ਇਹ ਆ ਕਿ ਵੀ ਇੱਥੋਂ ਜਿਹੜੇ ਸ਼ਿਪ ਚੱਲਦੇ ਸੀ, ਉਹਨਾਂ ਸ਼ਿਪਸ ਦੇ ਉੱਪਰ ਬਹੁਤ ਸਾਰੇ ਫੌਜੀ, ਈਵਨ ਉੱਥੇ ਲਿਖੀ ਵੀ ਹੋਈ ਹੈ ਡਿਟੇਲ, ਜਿਹੜੇ ਕਿ ਹੋ ਸਕਦਾ ਕਿ ਉਹਨਾਂ ਸ਼ਿਪਸ ਦੇ ਵਿੱਚ ਚੜ੍ਹੇ ਹੋਣ ਤੇ ਉਹਨਾਂ ਦਾ ਇਸ ਧਰਤੀ ਤੋਂ ਆਖਰੀ ਸਟੈਪ ਹੋਵੇ ਜਿਹੜਾ ਨੇ ਉਹਨਾਂ ਨੇ ਚੱਕਿਆ ਸੀ, ਤੇ ਉਸ ਤੋਂ ਬਾਅਦ ਫਿਰ ਉਹ ਕਦੀ ਵਾਪਸ ਨਹੀਂ ਆਏ ਉਹਨਾਂ ਚੋਂ ਕਈ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਉਹ ਕਿੱਦਾਂ ਦਾ ਸਮਾਂ ਹੋਊਗਾ ਜਦੋਂ ਸੋਸ਼ਲ ਮੀਡੀਆ ਨਹੀਂ ਸੀ, ਫੇਸਬੁੱਕ ਨਹੀਂ ਸੀ, ਮੋਬਾਈਲ ਨਹੀਂ ਸੀ, ਟੈਲੀਫੋਨ ਨਹੀਂ ਸੀ, ਤੇ ਜਦੋਂ ਇਧਰਲੇ ਪਾਸਿਓਂ ਇੱਥੇ ਹਜ਼ਾਰਾਂ ਜਾਂ ਸੈਂਕੜੇ ਫੌਜੀ ਜਿਹੜੇ ਆ ਉਹ ਸਮੁੰਦਰੀ ਜਹਾਜ਼ ਦੇ ਵਿੱਚ ਜਾਂਦੇ ਹੋਣੇ, ਕਿਉਂਕਿ ਬਾਅਦ 'ਚ ਯੁੱਧ ਲੜਨਾ, ਤੇ ਜਦੋਂ ਬੰਦਾ ਯੁੱਧ ਲੜਨ ਲਈ ਕਿਸੇ ਹੋਰ ਧਰਤੀ ਦੇ ਉੱਤੇ ਜਾਂਦਾ ਤੇ ਕੋਈ ਪਤਾ ਨਹੀਂ ਕਿ ਆਪਣੇ ਦੇਸ਼ ਦੀ ਧਰਤੀ ਦੇ ਉੱਤੇ ਦੁਬਾਰਾ ਉਹਨੇ ਪੈਰ ਜਿਹੜਾ ਉਹ ਰੱਖਣਾ ਕਿ ਨਹੀਂ ਰੱਖਣਾ। ਤੇ ਮੈਂ ਤਾਂ ਇਹ ਵੀ ਕਹਿੰਦਾ ਸੰਜੋਤ ਜੀ, ਇੱਕ ਚੀਜ਼ ਆ ਜ਼ਰੂਰ ਦਿਖਾਇਓ। ਤੁਸੀਂ ਦੇਖੋ ਕਿ ਉਹ ਜਿਹੜੇ ਫੌਜੀ ਬੂਟ ਹੁੰਦੇ ਸੀ ਜਿਸ ਤਰ੍ਹਾਂ ਦੇ, ਉਹ ਉਹਨਾਂ ਦੀ ਛਾਪ ਵੀ ਇਹਨਾਂ ਲੱਕੜਾਂ ਦੇ ਉੱਪਰ ਛਾਪੀ ਗਈ ਆ। ਦੇਖੋ, ਜੇ ਤੁਸੀਂ ਸਮਝ ਸਕੋ ਤਾਂ ਇਹ ਛਾਪ ਦੇ ਨਾਲ ਸਿੱਧੇ ਉਸ ਪਾਸੇ ਜਾ ਰਹੇ ਆ ਜੀ, ਜਿੱਥੇ ਹੁਣ ਉਹਨਾਂ ਦੀ ਯਾਦ ਦਾ ਲਾਸਟ ਸਟੈਪਸ ਨੇ ਕਿ ਜਿਹੜੇ ਉਹਨਾਂ ਨੇ ਇੱਥੋਂ ਲਏ। ਤੇ ਬਹੁਤ ਸਾਰੇ ਫੌਜੀ ਉਹ ਹੋਏ ਵੀ ਆ ਜਿਹੜੇ ਇੱਕ ਵਾਰ ਇੱਥੋਂ ਆਪਣਾ ਸਟੈਪ ਰੱਖ ਕੇ ਗਏ ਤੇ ਵਾਪਸ ਨਹੀਂ ਮੁੜੇ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਪਰਤੀਆਂ, ਕਿਉਂਕਿ ਉਦੋਂ ਉਨੀ ਦੇਰ ਦੇ ਲਈ ਉਹਨਾਂ ਨੂੰ ਸੁਰੱਖਿਅਤ ਰੱਖਣਾ ਵੀ ਸੰਭਵ ਨਹੀਂ ਸੀ। ਬਿਲਕੁਲ ਸਹੀ ਗੱਲ। ਸੋ ਇਹ ਹੋ ਗਈ ਕਹਾਣੀ। ਹੁਣ ਆਪਾਂ ਹੌਲੀ ਹੌਲੀ ਇਸ ਦੂਸਰੇ ਰੰਗ ਵਾਲੇ ਪਾਸੇ ਦੇਖਦੇ ਹਾਂ। ਹੁਣ ਦੇਖੋ, ਆ ਜਿਹੜੇ ਪੁਰਾਣੇ ਕਈ ਕਹਿ ਲਓ ਕਿ ਵੀ ਸ਼ਿਪ ਨੇ, ਉਹ ਵੀ ਇੱਥੇ ਤੁਹਾਨੂੰ ਮਿਲ ਜਾਣਗੇ। ਉਹਨਾਂ ਨੂੰ ਦਿਖਾਉਣ ਦੇ ਲਈ ਵੀ ਦਿਨੇ ਸਮਾਂ ਹੁੰਦਾ, ਕਿਉਂਕਿ ਹੁਣ ਤਾਂ ਅਸੀਂ ਆਏ ਹੀ ਲੇਟ ਆ। ਦਿਨੇ ਲੋਕ ਇਹਨਾਂ ਦਾ ਟੂਰ ਵਗੈਰਾ ਵੀ ਕਰਦੇ ਨੇ। ਤੇ ਜੇ ਆਪਾਂ ਦੂਸਰੇ ਪਾਸੇ ਸ਼ਹਿਰ ਨੂੰ ਦੇਖ ਲਈਏ, ਤੁਸੀਂ ਥੋੜਾ ਜਿਹਾ ਘਮਾਓ ਜੀ ਇਸ ਪਾਸੇ ਖੱਬੇ ਹੱਥ, ਤੇ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਕਮਾਲ ਦੀਆਂ ਬਿਲਡਿੰਗਾਂ ਨੇ। ਇਹੀ ਡਾਊਨਟਾਊਨ ਹੈ ਇਸ ਵੇਲੇ, ਤੇ ਡਾਊਨਟਾਊਨ ਦੇ ਵਿੱਚ ਕਿਉਂਕਿ ਸ਼ਨੀਵਾਰ ਸ਼ਾਮ ਹੈ, ਤਰਕਾਲਾਂ ਨੇ, ਤੇ ਇਹ ਸਭ ਤੋਂ ਗੋਰਿਆਂ ਦਾ ਜਿਹੜਾ ਇੰਪੋਰਟੈਂਟ, ਬੇਸ਼ਕੀਮਤੀ, ਇਦਾਂ ਕਹਿ ਲਓ ਕਿ ਆਪਸ ਦੇ ਵਿੱਚ ਰਲ ਮਿਲ ਕੇ ਚਹਿਕਣ ਵਾਲਾ, ਹੱਸਣ ਵਾਲਾ ਸਮਾਂ ਹੁੰਦਾ। ਤੇ ਤੁਸੀਂ ਦੇਖੋਗੇ ਕਿ ਰੰਗ ਬਰੰਗੇ ਕੱਪੜਿਆਂ ਦੇ ਵਿੱਚ ਸਜੇ, ਕਿਸੇ ਦੇ ਚਿਹਰੇ ਤੇ ਸ਼ਿਕਨ ਨਹੀਂ, ਕਿਸੇ ਦੇ ਚਿਹਰੇ ਦੇ ਉੱਤੇ ਚਿੰਤਾ ਨਹੀਂ, ਜਿਹਦਾ ਜੀ ਕਰਦਾ ਜੋ ਚਾਹੁੰਦਾ ਉਹ ਖਾ ਰਿਹਾ, ਜਿਹਦਾ ਜੀ ਕਰਦਾ ਜੋ ਚਾਹੁੰਦਾ ਉਹ ਪੀ ਰਿਹਾ। ਪਰ ਇੰਨੇ ਲੋਕ ਆਪਾਂ ਦੇਖੇ ਆ, ਵੱਖਰੇ ਵੱਖਰੇ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਪੁਸ਼ਾਕਾਂ ਨੇ, ਕੱਪੜੇ ਉਹਨਾਂ ਨੇ ਵੱਖੋ ਵੱਖਰੇ ਤਰ੍ਹਾਂ ਦੇ ਪਾਏ ਆ। ਤੁਹਾਨੂੰ ਸਵਾ ਘੰਟਾ ਹੋ ਗਿਆ ਇੱਥੇ ਘੁੰਮਦਿਆਂ ਨੂੰ, ਲੋਕਾਂ ਦੀ ਇੰਨੀ ਰੌਣਕ ਹੈ। ਤੁਸੀਂ ਦੇਖਿਆ ਕਿ ਕੋਈ ਕਿਸੇ ਵੱਲ ਕਨੱਖੀ ਝਾਕਦਾ ਹੋਵੇ? ਤੁਸੀਂ ਦੇਖਿਆ ਕੋਈ ਕਿਸੇ ਨਾਲ ਛੇੜਖਾਨੀ ਕਰਦਾ ਹੋਵੇ? ਤੁਸੀਂ ਦੇਖਿਆ ਕੋਈ ਕਿਸੇ ਦੇ ਉੱਤੇ ਫਬਤੀਆਂ ਕੱਸਦਾ ਹੋਵੇ? ਤੁਸੀਂ ਦੇਖਿਆ ਕਿ ਕਿਸੇ ਔਰਤ ਨੂੰ, ਕੁੜੀ ਨੂੰ ਜਾਂ ਮੁੰਡੇ ਨੂੰ, ਕਿਸੇ ਨੂੰ ਵੀ ਅਨਕੰਫਰਟੇਬਲ ਜਾਂ ਮਹਿਸੂਸ ਹੋਇਆ ਹੋਵੇ ਕਿ ਭਾਈ ਮੈਂ ਉੱਥੇ ਕੀ ਕਰਨਾ? ਸਾਰੇ ਆਪੋ ਆਪਣੇ ਆਪ ਦੇ ਵਿੱਚ ਮਗਨ ਨੇ। ਬਸ ਆਹੀ ਇੱਕ ਗੱਲ ਹੈ ਨਾ ਕਿ ਵੀ ਜੇ ਤੁਸੀਂ ਕਿਤੇ ਬਾਹਰ ਅੰਦਰ ਫਿਰਦੇ ਤੁਰਦੇ ਵੀ ਹੋ ਤੇ ਉੱਥੇ ਤੁਸੀਂ ਘੱਟੋ ਘੱਟ ਆਪਣਾ ਆਪ ਨੂੰ ਇੰਜੋਏ ਕਰੋ ਤੇ ਅਗਲੇ ਨੂੰ ਇੰਜੋਏ ਕਰਨ ਦਿਓ। ਮਤਲਬ ਇਹ ਕਿ ਤੁਹਾਨੂੰ ਤੁਹਾਡੀ ਸਪੇਸ ਮਿਲੇ, ਅਗਲੇ ਨੂੰ ਤੁਸੀਂ ਉਹਦੀ ਸਪੇਸ ਦਿਓ, ਤੇ ਫਿਰ ਸੋਹਣਾ ਲੱਗਦਾ। ਤੇ ਜਦੋਂ ਆਪਾਂ ਅਗਲੇ ਦੀ ਸਪੇਸ 'ਚ ਵੜਨ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਆਪਾਂ ਅਗਲੇ ਨੂੰ ਤੇ ਅਨਕੰਫਰਟੇਬਲ ਕਰਦੇ ਹੀ ਕਰਦੇ ਹਾਂ ਜੀ। ਨਾਲ ਆਪਣਾ ਆਪ ਵੀ ਵੇਖਣ ਵਾਲਿਆਂ ਨੂੰ ਬੁਰਾ ਲੱਗਦਾ ਵੀ ਯਾਰ ਇਹ ਕਿੱਦਾਂ ਦੀ ਵੈਰਾਈਟੀ ਆ, ਵੀ ਇਹਨੂੰ ਸਮਝ ਹੀ ਨਹੀਂ ਵੀ ਤੁਰੀ ਦਾ ਕਿੱਦਾਂ, ਰਹੀ ਦਾ ਕਿੱਦਾਂ ਪਬਲਿਕ 'ਚ। ਸੰਧਾਲੀਆ ਸਾਹਿਬ, ਇੱਕ ਹੋਰ ਵੀ ਚੀਜ਼ ਜੇ ਆਪਾਂ ਇੱਥੇ ਬਹੁਤ ਚੰਗੇ ਤਰੀਕੇ ਦੇਖੀਏ ਕਿ ਇੰਨੇ ਲੋਕ ਆ ਰਹੇ ਨੇ ਲਗਾਤਾਰ, ਹੁਣ ਇੱਕ ਵੀ ਥਾਂ ਖਾਲੀ ਨਹੀਂ ਹੈ। ਪਰ ਜੇ ਤੁਸੀਂ ਫਰਸ਼ ਦੇਖੋ, ਜਿੱਥੇ ਉਹ ਤੁਰ ਰਹੇ ਲੱਕੜ ਦੇ ਇਸ ਫਰਸ਼ ਤੇ ਇੱਕ ਵੀ ਕਾਗਜ਼ ਦਾ ਟੁਕੜਾ, ਇੱਕ ਵੀ ਕੋ ਕੱਪ, ਇੱਕ ਵੀ ਕੋ ਕੋਨ, ਇੱਕ ਵੀ ਕੋ ਟਿਸ਼ੂ ਪੇਪਰ
ਕੋਈ ਨਹੀਂ ਡਿੱਗਿਆ ਹੋਇਆ। ਤੁਸੀਂ ਇਹ ਦੇਖੋ, ਇਹ ਸੈਲਫ ਡਿਸਪਲਿਨ ਜਿਹੜਾ ਨਾ, ਸਵੈ ਅਨੁਸ਼ਾਸਨ, ਉਹ ਇਹਨਾਂ ਦੇਸ਼ਾਂ ਦੀ ਰੀੜ੍ਹ ਦੀ ਹੱਡੀ ਆ। ਨਹੀਂ ਬਿਲਕੁਲ ਸਹੀ ਗੱਲ ਹੈ, ਤੇ ਉਹ ਅਪਣਾਉਣਾ ਵੀ ਪੈਂਦਾ ਨਾ ਜੀ ਹੁਣ। ਜੇ ਮੰਨ ਲਓ ਵੀ ਕੋਈ ਬੰਦਾ ਮਾੜਾ ਮੋਟੇ ਇੱਧਰ ਉੱਧਰ ਕਰੂਗਾ 3-5 ਜੀ, ਤੇ ਬਾਕੀਆਂ ਨੇ ਉਹਦੇ ਹਲੇ ਇਦਾਂ ਝਾਕਣਾ ਵੀ ਉਹਨੂੰ ਜਾਪਣਾ ਵੀ ਯਾਰ ਮੈਂ ਗੁਨਾਹ ਕਰਤਾ ਹੀ ਕੋਈ। ਬਿਲਕੁਲ ਠੀਕ ਹੈ ਜੀ। ਹੁਣ ਜਦੋਂ ਉਹਨੂੰ ਜਾਪੂਗਾ ਵੀ ਮੈਂ ਗੁਨਾਹ ਕਰਤਾ, ਉਹਨੂੰ ਲੱਗੂਗਾ, ਤੇ ਫਿਰ ਆਪਣੇ ਆਪ ਹੀ ਬੰਦਾ ਚੇਂਜ ਕਰਦਾ ਇਹ ਸਾਰਾ ਕੁਝ। ਬਿਲਕੁਲ ਠੀਕ ਹੈ ਜੀ। ਸੋ ਇਹ ਰੌਣਕ ਮੇਲਾ ਜੀ ਤੁਸੀਂ ਦੇਖੋ, ਬਾਕੀ ਅਸੀਂ ਵੀ ਦੇਖਦੇ ਹਾਂ। ਹੈਲੀਫੈਕਸ ਦਾ ਡਾਊਨਟਾਊਨ ਹੈ, ਤੁਸੀਂ ਡਾਊਨਟਾਊਨ ਦੀਆਂ ਦੇਖੋ ਰੌਣਕਾਂ, ਤੇ ਆਪਾਂ ਫਿਰ ਮਿਲਦੇ ਹਾਂ ਜੀ।